ਜੈ ਮਸੀਹ ਦੀ ਸਾਰੇ ਭੈਣ ਭਰਾਵਾਂ ਨੂੰ ਗॉड ਬਲੈਸ ਯੂ। ਪ੍ਰਭੂ ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇਵੇ। ਪ੍ਰਭੂ ਭੈਣੋ, ਪਰਮੇਸ਼ਰ ਦੀ ਬਰਕਤ ਚਾਹਨੇ ਹੈਗੇ ਆ ਅੱਜ ਦੇ ਵਚਨ 'ਤੇ। ਮੈਂ ਬੇਨਤੀ ਕਰਦਾ ਪਰਮੇਸ਼ਰ ਦੇ ਅੱਗੇ ਕਿ ਅੱਜ ਇਹ ਵਚਨ ਸੁਣਾਉਣ ਦੇ ਵਿੱਚ ਤੇ ਸੁਣਨ ਦੇ ਵਿੱਚ ਪਵਿੱਤਰ ਆਤਮਾ ਸਾਡੀ ਮਦਦ ਕਰੇ। ਆਮੇਨ। ਪ੍ਰਭੂ ਭੈਣੋ, ਆਪਾਂ ਸਿੱਧਾ ਪਰਮੇਸ਼ਰ ਦੇ ਵਚਨ ਵਿੱਚ ਜਾਵਾਂਗੇ ਤੇ ਆਪਣੀਆਂ ਬਾਈਬਲਾਂ ਖੋਲ੍ਹ ਲਈਆਂ ਜਾਣ ਤੇ ਆਪਣੀਆਂ ਨੋਟਬੁੱਕਸ ਵੀ ਖੋਲ੍ਹ ਲਈਆਂ ਜਾਣ, ਕਿਉਂਕਿ ਅੱਜ ਦਾ ਵਚਨ ਹੈਗਾ ਆ ਉਹ ਆਪਾਂ ਕਾਫੀ ਗਹਿਰਾਈ ਦੇ ਵਿੱਚ ਜਾਣਾਂਗੇ ਤੇ ਸਿੱਖਣ ਦੀ ਕੋਸ਼ਿਸ਼ ਕਰਾਂਗੇ। ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਆਪਾਂ ਇਹਨਾਂ ਦਿਨਾਂ ਦੇ ਵਿੱਚ ਪ੍ਰਕਾਸ਼ ਦੀ ਪੋਥੀ ਦੀ ਸਟੱਡੀ ਕਰ ਰਹੇ ਹੈਗੇ ਆ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿੰਨੀ ਵਾਰ ਕਹਿ ਚੁੱਕਿਆ ਹੈਗਾ, ਪ੍ਰਕਾਸ਼ ਦੀ ਪੋਥੀ ਬੁੱਕ ਆਫ ਰੈਵਲੇਸ਼ਨ ਆ। ਇਹ ਕੋਈ ਬੁੱਕ ਆ ਜਿਹੜੀ ਰੈਵਲੇਸ਼ਨ ਆ। ਬਾਕੀ ਦੀਆਂ ਬਹੁਤ ਸਾਰੀਆਂ ਕਿਤਾਬਾਂ ਬਾਈਬਲ ਦੇ ਵਿੱਚ ਪੁਰਾਣੇ ਨਿਯਮ ਦੇ ਵਿੱਚ ਗੁਪਤ ਰੱਖੀਆਂ ਹੋਈਆਂ ਨੇ, ਉਹਨਾਂ 'ਤੇ ਮੋਹਰਾਂ ਲੱਗੀਆਂ ਹੋਈਆਂ ਨੇ, ਉਹ ਟਾਈਮ 'ਤੇ ਖੋਲ੍ਹੀਆਂ ਜਾਣਗੀਆਂ। ਲੇਕਿਨ ਬੁੱਕ ਆਫ ਰੈਵਲੇਸ਼ਨ ਆ, ਇਹ ਰੈਵਲੇਸ਼ਨ ਜਿਹੜੀ ਆ ਅੱਜ ਦੇ ਸਮੇਂ ਦੇ ਵਾਸਤੇ ਆ। ਉਸ ਦੂਤ ਨੇ ਜਦੋਂ ਇਹ ਕਿਤਾਬ ਦਿਖਾਈ ਸੀਗੀ ਯਹੋਨਾ ਨੂੰ ਤੇ ਬਾਅਦ ਦੇ ਵਿੱਚ ਉਹਨੂੰ ਆਖਿਆ ਸੀ ਕਿ ਇਹਨੂੰ ਮੋਹਰ ਨਾ ਲਾ, ਇਹਨੂੰ ਬੰਦ ਨਾ ਕਰ, ਇਹਨੂੰ ਸੀਲ ਨਾ ਕਰ, ਕਿਉਂਕਿ ਰੈਵਲੇਸ਼ਨ ਇਹਨਾਂ ਸਮਿਆਂ ਦੇ ਵਾਸਤੇ ਆ, ਅੱਜ ਵਾਸਤੇ ਆ। ਸੋ ਪ੍ਰਭੂ ਦੇ ਬਣੋ, ਆਪਾਂ ਬੁੱਕ ਆਫ ਰੈਵਲੇਸ਼ਨ ਦੀ ਸਟੱਡੀ ਕਰ ਰਹੇ ਹੈਗੇ ਆ ਤੇ ਆਪਾਂ ਜਿਸ ਤਰ੍ਹਾਂ ਦੇਖਿਆ ਕਿ ਇੱਕ ਸਮਾਂ ਆਏਗਾ ਜਦੋਂ ਰੈਪਚਰ ਹੋ ਜਾਵੇਗੀ ਤੇ ਚਰਚ ਪ੍ਰਭੂ ਯਿਸੂ ਮਸੀਹ ਜੀ ਦਾ ਚੁੱਕਿਆ ਜਾਵੇਗਾ। ਪ੍ਰਭੂ ਦਾ ਵਚਨ ਆਖਦਾ ਹੈ ਕਿ ਜਿਹੜੇ ਮੁਰਦੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਸੁੱਤੇ ਪਏ ਨੇ, ਪਹਿਲਾਂ ਉਹਨਾਂ ਦੀਆਂ ਕਬਰਾਂ ਖੁੱਲ੍ਹ ਜਾਣਗੀਆਂ, ਉਹ ਉਠਾ ਲਏ ਜਾਣਗੇ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਹਜੇ ਜਿਉਂਦੇ ਆ ਆਪਣੇ ਸਰੀਰ ਵੀ ਇੱਕ ਸੈਕਿੰਡ ਦੇ ਵਿੱਚ ਬਦਲ ਜਾਣਗੇ ਤੇ ਆਪਾਂ ਚੁੱਕ ਲੈ ਜਾਵਾਂਗੇ ਤੇ ਆਪਾਂ ਸਾਰੇ ਪਰਮੇਸ਼ਰ ਦੇ ਨਾਲ ਬੱਦਲਾਂ ਤੇ ਮੁਲਾਕਾਤ ਕਰਾਂਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਲ। ਤੇ ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਜੀ ਸਾਨੂੰ ਸਵਰਗ ਦੇ ਵਿੱਚ ਲੈ ਕੇ ਚਲੇ ਜਾਣਗੇ ਪਿਤਾ ਦੇ ਸਾਹਮਣੇ। ਤੇ ਜਦੋਂ ਪਰਮੇਸ਼ਰ ਪਿਤਾ ਦੇ ਸਾਹਮਣੇ ਜਾਵਾਂਗੇ ਤੇ ਪ੍ਰਭੂ ਦਾ ਵਚਨ ਦੱਸਦਾ ਹੈ ਕਿ ਉਦੋਂ 7 ਸਾਲ ਇਸ ਧਰਤੀ ਤੇ ਆਫਤਾਂ ਆਉਣਗੀਆਂ, ਤਕਲੀਫਾਂ ਆਉਣਗੀਆਂ, ਦਰਦ ਆਉਣਗੇ, ਮੁਸੀਬਤਾਂ ਆਉਣਗੀਆਂ ਵੱਡੀਆਂ ਵੱਡੀਆਂ। ਲੇਕਿਨ 7 ਸਾਲ ਆਪਾਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਲ ਹੋਵਾਂਗੇ ਸਵਰਗ ਦੇ ਵਿੱਚ ਤੇ ਉਹ ਤੋਂ ਬਾਅਦ ਫਿਰ ਸੈਕਿੰਡ ਕਮਿੰਗ ਦੇ ਵਿੱਚ ਪ੍ਰਭੂ ਯਿਸੂ ਧਰਤੀ ਤੇ ਵਾਪਸ ਆਉਣਗੇ। ਆਪਾਂ ਵੀ ਪ੍ਰਭੂ ਯਿਸੂ ਮਸੀਹ ਦੇ ਨਾਲ ਆਵਾਂਗੇ ਤੇ ਉਹ ਤੋਂ ਬਾਅਦ ਫਿਰ 1000 ਸਾਲ ਦਾ ਰਾਜ ਹੋਵੇਗਾ ਇਸ ਧਰਤੀ ਤੇ 1000 ਸਾਲ ਦੇ ਰਾਜ ਤੋਂ ਬਾਅਦ ਪ੍ਰਭੂ ਦੇ ਭੈਣੋ ਉਸ ਹੀ ਸਮੇਂ ਦੇ ਵਿੱਚ ਨਿਊ ਜੈਰੂਸਲਮ ਦੀ ਵੀ ਗੱਲ ਕੀਤੀ ਜਾਂਦੀ ਆ ਤੇ ਫਿਰ ਵਾਈਟ ਥਰੋਨ ਦੀ ਜੱਜਮੈਂਟ ਹੋਏਗੀ, ਜਿਸ ਥਰੋਨ ਦੇ ਉੱਤੇ ਪ੍ਰਭੂ ਯਿਸੂ ਮਸੀਹ ਜੀ ਤੇ ਕਲੀਸਿਆ ਨੇ ਬੈਠ ਕੇ ਦੂਤਾਂ ਨੂੰ ਤੇ ਲੋਕਾਂ ਨੂੰ ਜੱਜ ਕਰਨਾ ਆ ਤੇ ਉਸ ਤੋਂ ਬਾਅਦ ਪ੍ਰਭੂ ਦੇ ਭੈਣੋ ਨਵੀਂ ਧਰਤੀ ਤੇ ਨਵਾਂ ਸਵਰਗ। ਇਹ ਤਾਂ ਹੈਗੀ ਆ ਸਾਰੀ ਰੈਵਲੇਸ਼ਨ ਦਾ ਨਿਚੋੜ ਕਹਿ ਸਕਦੇ ਹੈਗੇ ਆਪਾਂ। ਲੇਕਿਨ ਪ੍ਰਭੂ ਦੇ ਭੈਣੋ, ਜਦੋਂ ਪ੍ਰਭੂ ਯਿਸੂ ਮਸੀਹ ਜੀ ਚਰਚ ਨੂੰ ਲੈ ਕੇ ਸਵਰਗ ਵਿੱਚ ਜਾਣਗੇ ਤੇ ਉਸ ਸਮੇਂ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਪਰਮੇਸ਼ਰ ਪਿਤਾ ਦੇ ਹੱਥ ਵਿੱਚ ਇੱਕ ਪੋਥੀ ਫੜੀ ਹੋਏਗੀ ਤੇ ਉਹ ਪੋਥੀ ਦੇ ਉੱਤੇ 7 ਮੋਹਰਾਂ ਲੱਗੀਆਂ ਨੇ ਤੇ ਕੋਈ ਵੀ ਲਾਇਕ ਨਹੀਂਗਾ ਉਸ ਪੋਥੀ ਨੂੰ ਫੜਨ ਦੇ ਵਾਸਤੇ, ਉਹਦੇ ਵੱਲ ਦੇਖਣ ਦੇ ਵਾਸਤੇ ਵੀ ਕੋਈ ਲਾਇਕ ਨਹੀਂਗਾ। ਲੇਕਿਨ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਪ੍ਰਭੂ ਯਿਸੂ ਮਸੀਹ ਖੜੇ ਹੁੰਦੇ ਨੇ ਤੇ ਉਹ ਪਰਮੇਸ਼ਰ ਪਿਤਾ ਦੇ ਸੱਜੇ ਹੱਥੋਂ ਇਹ ਪੋਥੀ ਨੂੰ ਫੜ ਲੈਂਦੇ ਨੇ ਤੇ ਫੜ ਕੇ ਪ੍ਰਭੂ ਦੇ ਭੈਣੋ ਇਹਦੀਆਂ ਜਿਹੜੀਆਂ ਉੱਤੇ ਮੋਹਰਾਂ ਲੱਗੀਆਂ ਸੀਗੀਆਂ 7 ਮੋਹਰਾਂ ਉਹ ਖੋਲ੍ਹਣੀਆਂ ਸ਼ੁਰੂ ਕਰ ਦਿੰਦੇ ਨੇ। ਆਪਾਂ ਪਿਛਲੇ ਸਟੱਡੀ ਕੀਤੀ ਸੀਗੀ ਕਿ ਜਦੋਂ ਪ੍ਰਭੂ ਯਿਸੂ ਮਸੀਹ ਪਹਿਲੀ ਮੋਹਰ ਖੋਲ੍ਹਦੇ ਨੇ ਉਦੋਂ ਚਿੱਟੇ ਰੰਗ ਦਾ ਘੋੜਾ ਇਸ ਦੁਨੀਆ ਤੇ ਇਸ ਧਰਤੀ ਤੇ ਦਗੜ ਦਗੜ ਕਰਦਾ ਆਉਂਦਾ ਆ। ਜਿਹੜਾ ਚਿੱਟੇ ਰੰਗ ਦਾ ਘੋੜਾ ਹੈਗਾ ਉਹਦੇ ਉੱਤੇ ਐਂਟੀ ਕ੍ਰਾਈਸਟ ਬੈਠਾ ਹੁੰਦਾ ਆ, ਜਿਹੜਾ ਇੱਕ ਝੂਠੀ ਸ਼ਾਂਤੀ ਲੈ ਕੇ ਇਸ ਦੁਨੀਆ 'ਚ ਆਉਂਦਾ ਆ, ਦੁਨੀਆ ਨੂੰ ਗੁੰਮਰਾਹ ਕਰਨ ਦੇ ਵਾਸਤੇ। ਤੇ ਉਹ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਜੀ ਦੂਸਰੀ ਮੋਹਰ ਜਿਹੜੀ ਆ ਉਹ ਖੋਲ੍ਹਦੇ ਹੈਗੇ ਨੇ ਤੇ ਉਦੋਂ ਇੱਕ ਲਾਲ ਰੰਗ ਦਾ ਘੋੜਾ ਵੀ ਦਗੜ ਦਗੜ ਕਰਕੇ ਆਉਂਦਾ ਆ। ਤੇ ਜਦੋਂ ਆਉਂਦਾ ਆ ਉਹ ਲਾਲ ਰੰਗ ਦਾ ਘੋੜਾ ਜਿਹੜਾ ਹੈਗਾ ਆ ਪ੍ਰਭੂ ਦੇ ਭੈਣੋ ਯੁੱਧ ਲੈ ਕੇ ਆਉਂਦਾ, ਲੜਾਈ ਲੈ ਕੇ ਆਉਂਦਾ। ਜਾਣੀ ਕਿ ਸ਼ਾਂਤੀ ਜਿਹੜੀ ਸੀਗੀ ਮੁਕਰਰ ਕੀਤੀ ਐਂਟੀ ਕ੍ਰਾਈਸਟ ਨੇ ਉਹ ਛੇਤੀ ਹੀ ਭੰਗ ਹੋ ਜਾਂਦੀ ਆ ਤੇ ਉਹਦਾ ਪਰਦਾ ਫਾਸ ਹੋ ਜਾਂਦਾ ਹੈਗਾ ਆ। ਤੇ ਉੱਥੇ ਇਹ ਜਿਹੜਾ ਘੋੜਾ ਹੈਗਾ ਲਾਲ ਰੰਗ ਦਾ ਘੋੜਾ ਇਹ ਯੁੱਧ ਨੂੰ ਖੜਾ ਕਰ ਦਿੰਦਾ ਹੈ, ਇੱਕ ਲੜਾਈ ਲੱਗ ਜਾਂਦੀ ਆ ਉਸ ਸਮੇਂ ਦੇ ਵਿੱਚ। ਤੇ ਉਹ ਤੋਂ ਬਾਅਦ ਆਪਾਂ ਦੇਖਿਆ ਸੀਗਾ ਕਿ ਪ੍ਰਭੂ ਯਿਸੂ ਮਸੀਹ ਨੇ ਸਵਰਗ ਦੇ ਵਿੱਚ ਤੀਸਰੀ ਜਿਹੜੀ ਮੋਹਰ ਹੈਗੀ ਆ ਉਹ ਖੋਲ੍ਹ ਦਿੱਤੀ। ਉਹ ਕਾਲੇ ਰੰਗ ਦਾ ਘੋੜਾ ਹੈਗਾ ਆ ਜਿਹੜਾ ਦਗੜ ਦਗੜ ਕਰਦੇ ਹੋਏ ਧਰਤੀ ਤੇ ਆਉਂਦਾ ਆ। ਤੇ ਜਦੋਂ ਕਾਲੇ ਰੰਗ ਦਾ ਘੋੜਾ ਖੁੱਲ੍ਹਦਾ ਹੈਗਾ, ਉਹ ਕਾਲੇ ਰੰਗ ਦਾ ਘੋੜਾ ਆਉਂਦਾ ਹੈ ਕਿਉਂਕਿ ਤੀਸਰੀ ਸੀਲ ਖੁੱਲ੍ਹ ਗਈ ਹੈਗੀ ਆ। ਤੇ ਉਸ ਸਮੇਂ ਪ੍ਰਭੂ ਦੇ ਭੈਣੋ ਧਰਤੀ ਤੇ ਕਹਿ ਲਓ ਕਿ ਫੈਮਿਨ ਆ ਜਾਂਦਾ, ਜਾਣੀ ਕਿ ਬਹੁਤ ਭੁੱਖ, ਖਾਣ ਨੂੰ ਕੁਛ ਨਹੀਂ ਮਿਲਦਾ। ਲੋਕਾਂ ਦੇ ਕਹਿ ਲਓ ਕਿ ਫੇਸ ਜਾਂ ਉਹਨਾਂ ਦੀ ਸਕਿਨ ਕਾਲੀ ਹੋ ਜਾਂਦੀ ਆ, ਕੁਛ ਖਾਣ ਨੂੰ ਨਹੀਂ ਗਾ, ਕੁਛ ਪੀਣ ਨੂੰ ਨਹੀਂ ਗਾ, ਲੋਕ ਬਹੁਤ ਮਰ ਰਹੇ ਨੇ, ਬਹੁਤ ਤਕਲੀਫ ਦੇ ਵਿੱਚ ਹੈਗੇ ਨੇ। ਤੋ ਇਹ ਤੋਂ ਬਾਅਦ ਪ੍ਰਭੂ ਦੇ ਭੈਣੋ ਫਿਰ ਚੌਥਾ ਘੋੜਾ ਜਿਹੜਾ ਆਉਂਦਾ ਆ ਉਹ ਪੇਲ ਕਲਰ ਦਾ ਘੋੜਾ ਹੈਗਾ, ਜਿਹਦਾ ਗ੍ਰੀਨ ਯੈਲੋ ਨੂੰ ਮਿਲਾ ਕੇ ਬਣਦਾ ਹੈਗਾ ਆ ਉਹ ਰੰਗ। ਸੋ ਜਦੋਂ ਇਹ ਪੇਲ ਕਲਰ ਦਾ ਘੋੜਾ ਆਉਂਦਾ ਹੈਗਾ ਆ ਚੌਥੀ ਮੋਹਰ ਦੇ ਨਾਲ,
ਇਹ ਜਿਹੜਾ ਕੋੜਾ ਹੈਗਾ ਆ ਵਚਨ ਆਖਦਾ ਆ ਕਿ ਇਹ ਮੌਤ ਨੂੰ ਰਿਪਰੈਜ਼ੈਂਟ ਕਰਦਾ, ਤੇ ਮੌਤ ਕੋੜੇ ਤੇ ਬੈਠ ਕੇ ਆ ਰਹੀ ਹੈ, ਲੇਕਿਨ ਉਹਦੇ ਪਿੱਛੇ ਜਮਲੋਕ ਤੁਰਿਆ ਜਾ ਰਿਹਾ ਆ। ਤੇ ਪ੍ਰਭੂ ਦਾ ਵਚਨ ਦੱਸਦਾ ਹੈਗਾ ਕਿ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਉਹ ਮਾਰੇ ਜਾਂਦੇ ਨੇ। ਆਫਕੋਰਸ ਕਿੰਨੇ ਤਾਂ ਐਂਟੀਕ੍ਰਾਈਸਟ ਨੇ ਮਾਰ ਦਿੱਤੇ, ਕਿੰਨੇ ਲੜਾਈ ਨੇ ਮਾਰ ਦਿੱਤੇ, ਕਿੰਨੇ ਭੁੱਖ ਪਿਆਸ ਦੇ ਨਾਲ ਮਰਦੇ ਹੈਗੇ ਨੇ, ਤੇ ਉਹ ਤੋਂ ਬਾਅਦ ਫਿਰ ਮੌਤ ਆ ਕੇ ਉਹਨਾਂ ਦੀ ਤਬਾਹੀ ਕਰਦੀ ਹੈਗੀ ਆ। ਸੋ ਇਹ ਚੌਥੀ ਮੋਹਰ ਆ ਜਿਹੜੀ ਪ੍ਰਭੂ ਯਿਸੂ ਮਸੀਹ ਜੀ ਖੋਲ੍ਹਦੇ ਹੈਗੇ ਨੇ। ਤੇ ਉਹ ਤੋਂ ਬਾਅਦ ਵਿੱਚ ਫਿਰ ਉੱਪਰ ਪੰਜਵੀਂ ਮੋਹਰ ਖੁੱਲ੍ਹਦੀ ਆ। ਤੇ ਜਦੋਂ ਪੰਜਵੀਂ ਮੋਹਰ ਖੁੱਲ੍ਹਦੀ ਆ, ਉੱਥੇ ਆਪਾਂ ਦੇਖਿਆ ਸੀਗਾ ਕਿ ਬਹੁਤ ਸਾਰੀਆਂ ਆਤਮਾਵਾਂ ਉਹਨਾਂ ਸੰਤਾਂ ਦੀਆਂ ਜਿਨ੍ਹਾਂ ਨੇ ਪ੍ਰਭੂ ਯਿਸੂ 'ਚ ਵਿਸ਼ਵਾਸ ਕਰ ਲਿਆ ਸੀ ਇਹਨਾਂ 7 ਸਾਲਾਂ ਦੇ ਵਿੱਚ, ਤੇ ਜਿਨ੍ਹਾਂ ਨੇ ਐਂਟੀ ਕ੍ਰਾਈਸਟ ਦੀ ਜਿਹੜੀ ਮੋਹਰ ਸੀਗੀ 666 ਵਾਲੀ, ਉਹਨੂੰ ਰਿਜੈਕਟ ਕਰ ਦਿੱਤਾ ਸੀਗਾ ਵੀ ਨਹੀਂ ਸਾਡੇ ਤੇ ਨਹੀਂ ਤੂੰ ਲਾ ਸਕਦਾ। ਤੇ ਉਹਨੇ ਕਿਹਾ ਸੀਗਾ ਵੀ ਜੇ ਤੁਸੀਂ ਨਹੀਂ ਲਵਾਣੀ ਤਾਂ ਤੁਹਾਨੂੰ ਮਰਨਾ ਪਏਗਾ, ਤੇ ਤੁਹਾਨੂੰ ਮਾਰ ਦਿੱਤਾ ਜਾਵੇਗਾ। ਤੇ ਉਹ ਜਿੰਨੇ ਵੀ ਮਰਦੇ ਹੈਗੇ ਨੇ ਇਹਨਾਂ ਸਾਰੇ ਕਹਿ ਲਓ ਕਿ ਇਸ ਸਾਲਾਂ ਦੇ ਵਿੱਚ ਉਹਨਾਂ ਦੀਆਂ ਆਤਮਾਵਾਂ ਸਵਰਗ ਦੇ ਵਿੱਚ ਜਾਂਦੀਆਂ ਨੇ ਪਿਤਾ ਦੇ ਤਖਤ ਦੇ ਸਾਹਮਣੇ, ਤੇ ਪੁਕਾਰਦੀਆਂ ਨੇ ਕਿ ਸਾਡਾ ਨਿਆਂ ਕਰ ਪਰਮੇਸ਼ਰ ਪਿਤਾ, ਵੀ ਸਾਨੂੰ ਕਿੱਦਾਂ ਮਾਰਿਆ ਗਿਆ, ਸਾਨੂੰ ਕਿੱਦਾਂ ਤਰਫਾਇਆ ਗਿਆ। ਤੇ ਪ੍ਰਭੂ ਪਰਮੇਸ਼ਰ ਕਹਿੰਦੇ ਵੀ ਹਜੇ 7 ਸਾਲ ਪੂਰੇ ਹੋ ਜਾਣ ਦਿਓ, ਕਿਉਂਕਿ ਹੋਰ ਵੀ ਬਹੁਤ ਸਾਰੀਆਂ ਆਤਮਾਵਾਂ ਨੇ ਜਿਹੜੀਆਂ ਮਤਲਬ ਇਸ ਤਰ੍ਹਾਂ ਸੈਕਰੀਫਾਈ ਹੋਣਗੀਆਂ, ਮਾਰੀਆਂ ਜਾਣਗੀਆਂ, ਤੇ ਉਹ ਵੀ ਸਵਰਗ ਵਿੱਚ ਪਹੁੰਚਣਗੀਆਂ। ਤੋਂ ਬਾਅਦ ਪਰਮੇਸ਼ਰ ਪਿਤਾ ਨਿਆਂ ਕਰੇਗਾ ਉਹਨਾਂ ਸਾਰਿਆਂ ਦਾ। ਸੋ ਇਹ ਤਾਂ ਸੀ ਆਪਣੀ ਪੰਜਵੀਂ ਮੋਹਰ। ਤੇ 6ਵੀਂ ਮੋਹਰ ਪ੍ਰਭੂ ਤੇ ਪੈਣਾ ਤੋਂ ਬਾਅਦ ਵਿੱਚ ਪ੍ਰਭੂ ਦਾ ਵਚਨ ਖੁੱਲ੍ਹਦਾ ਕਿ ਜਦੋਂ 6ਵੀਂ ਮੋਹਰ ਖੁੱਲ੍ਹਦੀ ਆ, ਉਹਦੇ ਬਹੁਤ ਵੱਡਾ ਅਰਥਕੁਇਕ, ਇੱਕ ਭੁਚਾਲ ਸਾਰੀ ਦੁਨੀਆ ਨੂੰ ਹਿਲਾ ਦਿੰਦਾ ਆ। ਕੱਲਾ ਭੁਚਾਲ ਹੀ ਨਹੀਂ, ਬਲਕਿ ਪ੍ਰਭੂ ਤੇ ਬਣੋ ਤਾਰੇ ਟੁੱਟ ਕੇ ਧਰਤੀ 'ਤੇ ਡਿੱਗਦੇ ਨੇ, ਤੇ ਪਾਣੀਆਂ ਦੇ ਵਿੱਚ ਤਾਰੇ ਡਿੱਗਦੇ ਨੇ, ਤੇ ਭੁਚਾਲ ਆ ਰਹੇ ਨੇ। ਸੋ ਜਾਣੀ ਕਿ ਨੈਚੁਰਲ ਡਿਜ਼ਾਸਟਰਸ ਇਸ ਧਰਤੀ 'ਤੇ ਆਉਣੇ ਸ਼ੁਰੂ ਹੋ ਜਾਣਗੇ। ਕਹਿ ਲਓ ਕਿ ਸੂਰਜ ਦਾ ਰੰਗ ਕਾਲਾ ਪੈ ਜਾਂਦਾ ਆ, ਚੰਦ ਨਜ਼ਰ ਨਹੀਂ ਆਉਂਦਾ, ਤਾਰੇ ਟੁੱਟਣ ਲੱਗ ਜਾਂਦੇ ਨੇ। ਸੋ ਇੱਕ ਬਹੁਤ ਵੱਡਾ ਡਿਜ਼ਾਸਟਰਸ ਹੈ ਦੁਨੀਆ ਦੇ ਅੰਦਰ। ਸੋ ਇਹ ਤਾਂ ਸੀਗੀਆਂ ਪ੍ਰਭੂ ਤੇ ਆਪਣੀਆਂ 6 ਮੋਹਰਾਂ। ਤਾਂ ਆਪਾਂ ਦੇਖਿਆ ਸੀਗਾ ਜਿਹੜੀ 7ਵੀਂ ਮੋਹਰ ਆ, ਆਪਾਂ ਦੇਖਿਆ ਵੀ 7ਵੀਂ ਮੋਹਰ ਦੇ ਵਿੱਚ ਕੋਈ ਖਾਸ ਚੀਜ਼ ਨਜ਼ਰ ਨਹੀਂ ਆ ਰਹੀ, ਬਲਕਿ 7ਵੀਂ ਮੋਹਰ ਦੇ ਵਿੱਚ ਗਾਹਾਂ 7 ਟਰੰਪਟਸ ਹੈਗੇ ਨੇ ਜਿਹੜੇ ਵੱਜਦੇ ਨੇ, 7 ਬਿਗਲ, ਯਾਨੀ ਕਿ 7ਵੀਂ ਮੋਹਰ ਦੇ ਵਿੱਚ 7 ਬਿਗਲ ਵੱਜਦੇ ਨੇ। ਹੁਣ ਜਿਹੜੀਆਂ 6 ਮੋਹਰਾਂ ਨੇ, ਇਹ 3.5 ਸਾਲ ਪੂਰੇ ਹੋ ਗਏ ਹੈਗੇ ਨੇ ਟ੍ਰਿਬੂਲੇਸ਼ਨ ਟਾਈਮ ਦੇ। ਹੁਣ ਜਾਣੀ ਕਿ ਆਪਾਂ 3.5 ਸਾਲ ਆਪਾਂ ਵਿਚਾਲੇ ਹਾਂ, ਬਿਲਕੁਲ ਵਿਚਾਲੇ ਹਾਂ ਟ੍ਰਿਬੂਲੇਸ਼ਨ ਦੇ। ਆਪਾਂ ਨਹੀਂ ਮਤਲਬ ਸਟੱਡੀ ਦੇ ਵਿੱਚ ਗੱਲ ਕਰ ਰਹੇ ਹਾਂ, ਆਪਾਂ ਤਾਂ ਉੱਤੇ ਹੋਵਾਂਗੇ ਪਰਮੇਸ਼ਰ ਦੀ ਕਿਰਪਾ ਦੇ ਨਾਲ। ਪਰਮੇਸ਼ਰ ਦੇ ਰੈਕਚਰ ਦੇ ਵਿੱਚ ਚਰਚ ਪਹਿਲਾਂ ਹੀ ਚੱਕਿਆ ਜਾਵੇਗਾ 7 ਸਾਲ ਤੋਂ, ਐਂਟੀਕ੍ਰਾਈਸਟ ਦੇ ਆਉਣ ਤੋਂ ਪਹਿਲਾਂ ਹੀ। ਸੋ 3.5 ਸਾਲ ਤੋਂ ਬਾਅਦ ਵਿਚਾਲ ਹੋਵੇਗਾ ਉਹ 7 ਸਾਲਾਂ ਦੀ ਟ੍ਰਿਬੂਲੇਸ਼ਨ ਟਾਈਮ ਦਾ। ਸੋ ਜਿਹੜਾ ਵਿਚਾਲ ਆ ਉਹ ਤੋਂ ਪਹਿਲਾਂ ਕਿਹਾ ਜਾਂਦਾ ਹੈਗਾ ਟ੍ਰਿਬੂਲੇਸ਼ਨ, ਤੇ ਉਹ ਤੋਂ ਬਾਅਦ ਵਾਲਾ ਜਿਹੜਾ ਸਮਾਂ ਨੂੰ ਗ੍ਰੇਟ ਟ੍ਰਿਬੂਲੇਸ਼ਨ ਕਿਹਾ ਜਾਂਦਾ ਆ, ਜਿਹਦੇ ਵਿੱਚ 7ਵੀਂ ਮੋਹਰ ਖੁੱਲ੍ਹਦੀ ਆ। ਹੁਣ 7ਵੀਂ ਮੋਹਰ ਦੇ ਵਿੱਚ 7 ਬਿਗਲ ਨੇ, ਤੇ 7ਵੇਂ ਬਿਗਲ ਦੇ ਵਿੱਚ 7 ਪਿਆਲੇ ਨੇ। ਤੋ ਪ੍ਰਭੂ ਦੇ ਬਣੋ ਇਹ ਜਿਹੜੀ 7 ਬਿਗਲ ਹੈਗੇ ਨੇ, ਇਹ ਬਹੁਤ ਹੀ ਜ਼ਿਆਦਾ ਭਿਅੰਕਰ ਨੇ, 7 ਮੋਹਰਾਂ ਨਾਲੋਂ ਹੀ ਭਿਅੰਕਰ ਨੇ, ਤਾਂ ਹੀ ਇਹਨੂੰ ਗ੍ਰੇਟ ਟ੍ਰਿਬੂਲੇਸ਼ਨ ਕਿਹਾ ਜਾਂਦਾ ਆ। ਲੇਕਿਨ ਬਾਅਦ ਦੇ ਵਿੱਚ ਜਦੋਂ 7ਵਾਂ ਬਿਗਲ ਵੱਜਦਾ ਆ, ਉਹਦੇ ਬਾਅਦ ਦੇ ਵਿੱਚ ਪ੍ਰਭੂ ਦੇ ਬਣੋ ਬਹੁਤ ਹੀ ਜ਼ਿਆਦਾ ਤੁਸੀਂ ਕਹਿ ਸਕਦੇ ਹੈਗੇ ਹੋ, ਹੋਰ ਵੀ ਜ਼ਿਆਦਾ ਭਿਅੰਕਰ ਚੀਜ਼ਾਂ ਇਹ ਦੁਨੀਆ 'ਤੇ ਆ ਰਹੀਆਂ ਨੇ। ਤੇ ਜਦੋਂ ਪਿਆਲੇ ਡੁੱਲਣਗੇ ਧਰਤੀ ਦੇ ਉੱਤੇ, ਹੋਰ ਵੀ ਜ਼ਿਆਦਾ ਦੁੱਖ ਲੈ ਕੇ, ਤਕਲੀਫ ਲੈ ਕੇ, ਤੇ ਐਂਡ ਵਿੱਚ ਜਾ ਕੇ ਪ੍ਰਭੂ ਦੇ ਭੈਣੋ ਪ੍ਰਭੂ ਯਿਸੂ ਮਸੀਹ ਜੀ ਦਾ ਆਉਣਾ ਹੋਵੇਗਾ ਇਸ ਧਰਤੀ ਦੇ ਉੱਤੇ, ਹੈ ਨਾ। ਸੋ ਆਪਾਂ ਹੌਲੀ ਹੌਲੀ ਇਸ ਸਟੱਡੀ ਦੇ ਵਿੱਚ ਅੱਗੇ ਵਧਾਂਗੇ। ਸੋ ਆਓ ਅੱਜ ਆਪਾਂ ਹੁਣ 7ਵੀਂ ਮੋਹਰ ਖੋਲ੍ਹਣ ਜਾ ਰਹੇ ਹੈਗੇ ਹਾਂ। 7ਵੀਂ ਮੋਹਰ ਤਾਂ ਉੱਪਰ ਖੁੱਲ੍ਹੇਗੀ, ਲੇਕਿਨ ਆਪਣੀ ਸਟੱਡੀ ਦੇ ਵਿੱਚ ਆਪਾਂ ਦੇਖਦੇ ਹਾਂ ਜਦੋਂ 7ਵੀਂ ਮੋਹਰ ਖੁੱਲ੍ਹਦੀ ਆ ਉਦੋਂ ਕੀ ਹੁੰਦਾ ਹੈ। ਸੋ ਬਾਈਬਲ ਖੋਲ੍ਹਾਂਗੇ ਸਿੱਧਾ ਆਪਾਂ, ਤੇ ਰੈਵਲੇਸ਼ਨ ਚੈਪਟਰ 8 ਦੇ ਵਿੱਚ ਆਪਾਂ ਜਾਵਾਂਗੇ, ਤੇ ਉਹਦੇ ਪਹਿਲੇ 5 ਵਰਸ ਆਪਾਂ ਪੜ੍ਹਾਂਗੇ ਪਰਮੇਸ਼ਰ ਦੇ ਵਚਨ ਦੇ ਵਿੱਚੋਂ। ਆਓ ਧਿਆਨ ਦੇ ਨਾਲ ਦੇਖੀਏ ਰੈਵਲੇਸ਼ਨ ਚੈਪਟਰ 8 ਵਰਸ 1 to 5। ਜੀ ਹਾਂ। ਫਿਰ ਜਦੋਂ ਮੇਮਣੇ ਨੇ 7ਵੀਂ ਸੀਲ ਤੋੜੀ ਤਾਂ ਸਵਰਗ ਵਿੱਚ ਕੋਈ ਅੱਧੇ ਘੰਟੇ ਤੱਕ ਚੁੱਪ ਛਾ ਗਈ। ਵਾਓ। ਤਦ ਮੈਂ ਪਰਮੇਸ਼ਰ ਦੇ ਅੱਗੇ 7 ਸਵਰਗ ਦੂਤਾਂ ਨੂੰ ਖੜੇ ਦੇਖਿਆ, ਜਿਨ੍ਹਾਂ ਨੂੰ 7 ਬਿਗਲ ਦਿੱਤੇ ਗਏ। ਕਿਸੇ ਨੇ ਕਿਹਾ ਹੈਗਾ ਪ੍ਰਭੂ ਦੇ ਵਚਨਾਂ ਬਈ ਕਿ ਜਦੋਂ ਸਵਰਗ ਦੇ ਵਿੱਚ ਅੱਧੇ ਘੰਟੇ ਲਈ ਚੁੱਪ ਛਾ ਗਈ। ਹੁਣ ਸੋਚੋ ਤੁਸੀਂ ਆਪੇ ਹੀ, ਕਦੇ ਵੀ ਨਾ ਪਹਿਲਾਂ ਨਾ ਬਾਅਦ ਦੇ ਵਿੱਚ ਸਵਰਗ ਦੇ ਵਿੱਚ ਕਦੇ ਸਾਇਲੈਂਟ ਨਹੀਂ ਹੋਇਆ, ਕਦੇ ਚੁੱਪ ਨਹੀਂ ਛਾਈ ਸਵਰਗ ਦੇ ਵਿੱਚ। ਇਹ ਪਹਿਲੀ ਦਫਾ ਹੈ। ਮਤਲਬ ਕੀ ਆ? ਮਤਲਬ ਇਹਦਾ ਹੈ ਜਦੋਂ ਚੁੱਪ, ਜਾਣੀ ਕਿ ਜਦੋਂ ਚੁੱਪ ਧਾਰ ਦਿੰਦੇ ਨੇ ਸਾਰੇ, ਜਦੋਂ ਜਾਣੀ ਬੋਲਣ ਨੂੰ ਕੁਛ ਰਿਹਾ ਨਹੀਂ, ਜਿਸ ਤਰ੍ਹਾਂ ਕਹਿ ਲਓ ਕਿ ਵੀ ਵਾਹ ਹੁਣ ਕੀ ਹੋਣ ਜਾ ਰਿਹਾ ਆ, ਉਹ ਚੁੱਪ ਅੱਧੇ ਘੰਟੇ ਦੀ। ਤੁਹਾਨੂੰ ਪਤਾ ਵੀ ਅੱਧਾ ਘੰਟਾ ਧਰਤੀ 'ਤੇ ਹੀ ਬਹੁਤ ਵੱਡਾ ਲੱਗਦਾ। ਅੱਧੇ ਘੰਟੇ ਕਿਸੇ ਬੱਚੇ ਨੂੰ ਕਹਿ ਦਿਓ ਵੀ ਅੱਧੇ ਘੰਟੇ ਵਾਸਤੇ ਚੁੱਪ ਕਰਕੇ ਖੜੇ ਰਹੋ, ਬੱਚਿਆਂ ਨੂੰ ਛੱਡੋ, ਭੈਣਾਂ ਨੂੰ ਕਹਿ ਦਿਓ ਵੀ ਅੱਧੇ ਘੰਟੇ, ਭੈਣਾਂ ਨੂੰ ਵੀ ਚਲੋ ਭਰਾਵਾਂ ਨੂੰ ਕਹਿ ਲਓ ਵੀ ਅੱਧੇ ਘੰਟੇ ਵਾਸਤੇ ਚੁੱਪ ਹੋ ਜਾਓ। ਮੇਰੇ ਖਿਆਲ ਅੱਧਾ ਘੰਟਾ ਬਹੁਤ ਜ਼ਿਆਦਾ ਹੁੰਦਾ ਆ, ਤੇ ਚੁੱਪ ਧਾਰਨੀ ਸੌਖੀ ਗੱਲ ਨਹੀਂ ਹੁੰਦੀ। ਹੁਣ ਸੋਚੋ
ਸਵਰਗ ਦੇ ਵਿੱਚ ਜਿੱਥੇ ਦਿਨ ਰਾਤ ਜੈ ਜੈਕਾਰ ਹੋ ਰਹੀ ਹੈ, ਦਿਨ ਰਾਤ ਨਾਰੇ ਲਾਏ ਜਾ ਰਹੇ ਨੇ, ਦਿਨ ਰਾਤ ਪਰਮੇਸ਼ਰ ਦੀ ਵਡਿਆਈ ਹੋ ਰਹੀ ਹੈ, ਉੱਥੇ ਅੱਧੇ ਘੰਟੇ, ਉੱਥੇ 1 ਮਿੰਟ ਦੀ ਵੀ ਸਾਇਲੈਂਸ ਜਿਹੜੀ ਆ ਉਹ ਪਤਾ ਨਹੀਂ ਕਿੰਨੀ ਲੰਬੀ ਲੱਗੇਗੀ। ਹੁਣ ਅੱਧੇ ਘੰਟੇ ਦੀ ਸਾਇਲੈਂਸ ਦਾ ਮਤਲਬ ਕੀ, ਅੱਧੇ ਘੰਟੇ ਚੁੱਪ ਦਾ ਮਤਲਬ ਕਿ ਛੰਨਾਟਾ ਛਾ ਗਿਆ ਹੈ। ਹੁਣ ਜਦੋਂ ਕੋਈ ਚੀਜ਼ ਛੰਨਾਟਾ ਛਾਂਦਾ ਹੈ ਨਾ, ਉਹ ਤੋਂ ਪਤਾ ਲੱਗਦਾ ਹੈ ਕਿ ਲੈ ਵੀ ਕੁਛ ਹੋਣ ਜਾ ਰਿਹਾ ਹੈ। ਹਮੇਸ਼ਾ ਕਿਸੇ ਨੇ ਕਿਹਾ ਹੈ ਵੀ ਜਦੋਂ ਕੋਈ ਸੁਨਾਮੀ ਆਣੀ ਹੋਵੇ ਤੇ ਉਸ ਸੁਨਾਮੀ ਤੋਂ ਪਹਿਲਾਂ ਛੰਨਾਟਾ ਛਾ ਜਾਂਦਾ ਆ, ਸਾਰੇ ਹਵਾ ਵੀ ਰੁਕ ਜਾਂਦੀ ਆ, ਲਹਿਰਾਂ ਵੀ ਥੋੜ੍ਹੀਆਂ ਖੜ ਜਾਂਦੀਆਂ ਨੇ, ਸਮੁੰਦਰ ਵੀ ਥੋੜ੍ਹਾ ਪਿੱਛੇ ਨਹੀਂ ਚਲਾ ਜਾਂਦਾ, ਚਿੜੀਆਂ ਕਾਂ ਜਿਹੜੇ ਨੇ ਬੋਲਣਾ ਬੰਦ ਕਰ ਜਾਂਦੇ ਨੇ, ਛੰਨਾਟਾ ਛਾ ਜਾਂਦਾ। ਬਾਅਦ ਦੇ ਵਿੱਚ ਅਚਾਨਕ ਹੀ ਉਹ ਵੱਡੀ ਸਾਰੀ ਸੁਨਾਮੀ ਆ ਕੇ ਉਹਨੂੰ ਉੱਤੇ ਹਟਕਦੀ ਆ। ਇੱਥੇ ਵੀ ਕੁਛ ਇੱਦਾਂ ਹੀ ਹੋਣ ਜਾ ਰਿਹਾ ਹੈਗਾ ਆ। ਸਵਰਗ ਦੇ ਵਿੱਚ ਅੱਧੇ ਘੰਟੇ ਦੇ ਵਾਸਤੇ ਛੰਨਾਟਾ ਛਾ ਗਿਆ ਆ। ਮਤਲਬ ਕੀ, ਮਤਲਬ ਜਿਹੜੀ ਆਉਣ ਜਾ ਰਿਹਾ ਆ, ਜੋ ਹੋਣ ਜਾ ਰਿਹਾ ਆ, ਉਹ ਬਹੁਤ ਹੀ ਜ਼ਿਆਦਾ ਭਿਅੰਕਰ ਹੈ। ਆਓ ਪੜ੍ਹੀਏ ਅੱਗੇ ਕੀ ਲਿਖਿਆ। ਜੀ ਹਾਂ। ਫਿਰ ਇੱਕ ਹੋਰ ਸਵਰਗ ਦੂਤ ਆ ਕੇ ਬੇਦੀ ਦੇ ਲਾਗੇ ਖੜਾ ਹੋ ਗਿਆ। ਉਸ ਕੋਲ ਸੋਨੇ ਦਾ ਇੱਕ ਧੂਪਦਾਨ ਸੀ। ਉਸ ਨੂੰ ਵੱਡੀ ਮਾਤਰਾ ਵਿੱਚ ਧੂਪ ਦਿੱਤੀ ਗਈ ਕਿ ਉਹ ਪਰਮੇਸ਼ਰ ਦੇ ਲੋਕਾਂ ਦੀਆਂ ਪ੍ਰਾਰਥਨਾਵਾਂ ਸਮੇਤ ਸੋਨੇ ਦੀ ਬੇਦੀ ਉੱਤੇ ਤਖਤ ਦੇ ਸਾਹਮਣੇ ਚੜਾਵੇ। ਇਸ ਤਰ੍ਹਾਂ ਉਸ ਸਵਰਗਦੂਤ ਦੇ ਹੱਥਾਂ ਤੋਂ ਧੂਪ ਦਾ ਧੂਆਂ ਪਰਮੇਸ਼ਰ ਦੇ ਲੋਕਾਂ ਦੀਆਂ ਪ੍ਰਾਰਥਨਾਵਾਂ ਸਮੇਤ ਪਰਮੇਸ਼ਰ ਦੇ ਸਾਹਮਣੇ ਉੱਪਰ ਤੱਕ ਪਹੁੰਚ ਗਿਆ। ਹੁਣ ਤੁਸੀਂ ਸੋਚਦੇ ਹੋਵੋਗੇ ਸ਼ਾਇਦ ਇਹ ਆਪਣੀਆਂ ਪ੍ਰਾਰਥਨਾਵਾਂ ਹੋਣਗੀਆਂ। ਨਹੀਂ ਪ੍ਰਾਪਤ ਭੈਣੋ, ਆਪਾਂ ਤਾਂ ਆਲਰੇਡੀ ਸਵਰਗ ਵਿੱਚ ਪਹੁੰਚੇ ਪਏ ਹਾਂ, ਹੈ ਨਾ। ਪਰਮੇਸ਼ਰ ਦੇ ਸਾਹਮਣੇ ਆਪਾਂ ਬੈਠੇ ਹਾਂ, 24 ਤਖਤਾਂ ਤੇ ਬੈਠੇ ਹੋਏ ਹੈਗੇ ਆ। ਫਿਰ ਆਹ ਪ੍ਰਾਰਥਨਾਵਾਂ ਕਿਹਨੀਆਂ ਨੇ? ਇਹ ਉਹੀ ਪ੍ਰਾਰਥਨਾਵਾਂ ਨੇ ਜਿਹੜੀਆਂ ਆਪਾਂ ਪੜ੍ਹਿਆ ਸੀਗਾ ਕਿ 5ਵੀਂ ਮੋਹਰ ਦੇ ਵਿੱਚ ਜਿਹੜੇ ਲੋਕ ਮਰ ਗਏ ਸੀਗੇ ਤੇ ਮਰ ਕੇ ਆ ਕੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਉੱਪਰ ਪੁਕਾਰ ਰਹੇ ਸੀ ਤੇ ਪ੍ਰਭੂ ਨੂੰ ਕਹਿ ਰਹੇ ਸੀਗੇ ਕਿ ਪ੍ਰਭੂ ਦਾ ਨਿਆਂ ਕਰੋ, ਸਾਡਾ ਨਿਆਂ ਕਰੋ, ਸਾਡਾ ਨਿਆਂ ਕਰੋ। ਤੁਸੀਂ ਸੋਚੋ ਵੀ ਜਦੋਂ ਧਰਤੀ ਤੇ ਉਹਨਾਂ ਨੂੰ ਤਰਫਾਇਆ ਜਾ ਰਿਹਾ ਸੀ, ਉਹ ਪਰਮੇਸ਼ਰ ਦੇ ਕੇ ਪ੍ਰਾਰਥਨਾ ਕਰਦੇ ਸੀ, ਪਰਮੇਸ਼ਰ ਦੇ ਕੇ ਦੁਆਵਾਂ ਕਰ ਰਹੇ ਸੀ, ਕੁਰਲਾਉਂਦੇ ਸੀ ਤੇ ਰੋਂਦੇ ਸੀ। ਉਹ ਸਾਰੀਆਂ ਦੁਆਵਾਂ ਇਸ 7 ਸਾਲ ਦੇ ਵਿੱਚ ਜਿਹੜੇ ਸੰਤ ਬਚਾਏ ਗਏ ਜਾਣਗੇ, ਉਹਨਾਂ ਸਾਰਿਆਂ ਦੀਆਂ ਪ੍ਰੇਰਾਂ ਦੇ ਉੱਤੇ ਪਹੁੰਚ ਰਹੀਆਂ ਨੇ ਭਰਾਵੋ ਤੇ ਭੈਣੋ। ਕੱਲੀਆਂ ਪ੍ਰੇਰਾਂ ਨਹੀਂ, ਉਹਨਾਂ ਦੀਆਂ ਪ੍ਰੇਰਾਂ ਨਹੀਂ, ਬਲਕਿ ਤਖਤ ਦੇ ਸਾਹਮਣੇ ਜਿਹੜੇ ਮਾਰਟਿਰ ਹੋਏ ਖੜੇ ਨੇ, ਉਹਨਾਂ ਦੀਆਂ ਵੀ ਆਵਾਜ਼ਾਂ ਪਰਮੇਸ਼ਰ ਨੂੰ ਪਹੁੰਚ ਰਹੀਆਂ ਨੇ ਵੀ ਸਾਡਾ ਨਿਆਂ ਕਰ। ਕਹਿ ਸਕਦੇ ਹਾਂ ਕਿ ਇਹ ਜਿਹੜੀ 7ਵੀਂ ਮੋਹਰ ਹੋਏਗੀ, ਜਿਹੜੀ ਖੁੱਲ ਰਹੀ ਹੈ, ਤੇ 7ਵੀਂ ਮੋਹਰ ਦੇ ਵਿੱਚ ਜਿਹੜੇ 7 ਬਿਗਲ ਵੱਜਣੇ ਨੇ, ਇਹ ਕਹਿ ਸਕਦੇ ਹਾਂ ਵੀ ਹੋ ਸਕਦਾ ਹੈ ਕਿ ਇਹ ਉਹਨਾਂ ਦੀਆਂ ਪ੍ਰੇਰਾਂ ਦਾ ਜਵਾਬ ਹੋਵੇ ਇਸ ਧਰਤੀ ਤੇ। ਅੱਗੇ ਦੇਖੋ। ਤਦ ਸਵਰਗਦੂਤ ਨੇ ਧੂਪਦਾਨ ਲਿਆ ਅਤੇ ਉਸ ਨੂੰ ਬੇਦੀ ਤੋਂ ਅੱਗ ਨਾਲ ਭਰ ਕੇ ਧਰਤੀ ਤੇ ਸੁੱਟ ਦਿੱਤਾ। ਉਸ ਦੇ ਸੁੱਟ ਦੇ ਸਾਰ ਹੀ ਧਰਤੀ ਤੇ ਗਰਜਣਾ, ਸ਼ੋਰ ਸ਼ਰਾਬਾ, ਬਿਜਲੀਆਂ ਦੀ ਚਮਕ ਅਤੇ ਭੁਚਾਲ ਆਉਣ ਲੱਗੀ। ਜ਼ਬਰਦਸਤ। ਸੋ ਪ੍ਰਭੂ ਦੇ ਭੈਣੋ, ਕਿਸ ਤਰ੍ਹਾਂ ਪਰਮੇਸ਼ਰ ਦਾ ਵਚਨ ਦੱਸਦਾ ਹੈਗਾ ਆ ਕਲੀਅਰਲੀ ਕਿ ਕੀ ਬੁਰਾ ਹਾਲ ਹੋਵੇਗਾ ਜਦੋਂ ਇਹ ਬਿਗਲ ਜਿਹੜੇ ਹੈਗੇ ਨੇ ਇਸ ਧਰਤੀ ਤੇ ਵੱਜਣਗੇ, ਖੁੱਲਣਗੇ, ਜਦੋਂ ਇਹ ਮੋਹਰਾਂ ਸਾਰੀਆਂ ਖੁੱਲਣਗੀਆਂ ਇਸ ਧਰਤੀ ਤੇ। ਪ੍ਰਭੂ ਦੇ ਭੈਣੋ, ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਜਦੋਂ ਇਹ ਸ਼ਾਂਤੀ ਛਾ ਗਈ ਸੀ ਤੇ ਉੱਥੇ ਯਹੋਨਾ ਨੇ ਦੇਖਿਆ 7 ਦੂਤ ਆ ਕੇ ਖੜ ਜਾਂਦੇ ਨੇ। ਸ਼ਾਂਤੀ ਛਾ ਗਈ ਤੇ ਫਿਰ 7 ਦੂਤ ਆ ਕੇ ਉਹਦੇ ਸਾਹਮਣੇ ਖੜ ਜਾਂਦੇ ਨੇ ਪਰਮੇਸ਼ਰ ਦੇ, ਤੇ ਉਹਨਾਂ 7 ਦੂਤਾਂ ਦੇ ਹੱਥਾਂ ਦੇ ਵਿੱਚ 7 ਬਿਗਲ ਜਿਹੜੇ ਹੈਗੇ ਨੇ ਉਹ ਫੜੇ ਹੁੰਦੇ ਨੇ, ਤੇ ਉਹ ਇੱਕ ਇੱਕ ਕਰਕੇ ਬਿਗਲ ਜਿਹੜਾ ਵਜਾਣਗੇ, ਤੇ ਜਿਉਂ-ਜਿਉਂ ਬਿਗਲ ਵਜਾਣਗੇ ਤਿਉਂ-ਤਿਉਂ ਇਸ ਧਰਤੀ ਤੇ ਆਫਤਾਂ ਜਿਹੜੀਆਂ ਨੇ ਉਹ ਆਉਣਗੀਆਂ। ਆਮੀਨ। ਇੱਕ ਗੱਲ ਹੋਰ ਆਪਾਂ ਦੇਖ ਸਕਦੇ ਹੈਗੇ ਆ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਆਖਿਆ ਸੀਗਾ ਲੂਕ ਚੈਪਟਰ 1 ਵਰਸ 19 ਦੇ ਵਿੱਚ, ਜਦੋਂ ਵੀ ਆਪਾਂ ਦੇਖਦੇ ਹੈਗੇ ਆ ਵੀ ਕੋਈ ਦੂਤ ਜਿਹੜੇ ਹੈਗੇ ਨੇ, ਕਹਿ ਲਓ ਕਿ ਉਹ ਪਰਮੇਸ਼ਰ ਦੇ ਚਰਨਾਂ ਦੇ ਸਾਹਮਣੇ ਖੜਦੇ ਨੇ, ਉਹ ਬਾਈਬਲ ਕਹਿੰਦੀ ਹੈ ਵੀ ਗੈਬਰੀਅਲ ਜਿਹੜਾ ਹੈਗਾ ਆ ਉਹ ਵੀ ਪਰਮੇਸ਼ਰ ਦੇ ਸਾਹਮਣੇ ਖੜਦਾ। ਹੋ ਸਕਦਾ ਇਹਨਾਂ 7 ਦੂਤਾਂ ਦੇ ਵਿੱਚ ਗੈਬਰੀਅਲ ਵੀ ਮੌਜੂਦ ਹੋਵੇ। ਪੜਾਂਗੇ ਲੂਕ ਚੈਪਟਰ 1 ਵਰਸ 19 ਦੇਖਾਂਗੇ, ਜਿਹਦੇ ਵਿੱਚ ਆਪਾਂ ਨੂੰ ਨਜ਼ਰ ਆਵੇਗਾ। ਨਾਰਮਲੀ ਪ੍ਰਭੂ ਦੇ ਭੈਣੋ, ਇਹ ਜਿਹੜੇ ਬਿਗਲ ਹੈਗੇ ਨੇ, ਇਹ ਪੁਰਾਣੇ ਨਿਯਮ ਦੇ ਵਿੱਚ ਉਦੋਂ ਵਜਾਏ ਜਾਂਦੇ ਸੀਗੇ ਜਦੋਂ ਕੋਈ ਲੜਾਈ ਲੱਗਣ ਜਾ ਰਹੀ ਹੁੰਦੀ ਸੀ, ਜਾਂ ਜਦੋਂ ਕੋਈ ਉਹਨਾਂ ਦੇ ਵਰਸ਼ਿਪ ਦਾ ਟਾਈਮ ਆ ਜਾਂਦਾ ਸੀ, ਜਾਂ ਉਹਨਾਂ ਦੀ ਗੈਦਰਿੰਗ ਦਾ ਟਾਈਮ ਆ ਜਾਂਦਾ ਸੀ, ਜਾਂ ਬਹੁਤ ਖਾਸ ਸੂਚਨਾ ਦੇਣ ਦਾ ਟਾਈਮ ਆ ਜਾਂਦਾ ਸੀ, ਉਦੋਂ ਬਿਗਲ ਵੱਜਦੇ ਸੀਗੇ। ਸੋ ਇੱਥੇ ਬਿਗਲ ਵੱਜ ਰਹੇ ਨੇ, ਜਾਣੀ ਕਿ ਬਹੁਤ ਹੀ ਖਾਸ ਚੀਜ਼ ਹੋਣ ਜਾ ਰਹੀ ਆ ਇਸ ਧਰਤੀ ਤੇ। 7 ਦੂਤ ਆ ਕੇ ਖੜ ਜਾਂਦੇ ਨੇ ਉੱਥੇ ਸਾਹਮਣੇ। ਦੇਖੋ ਲੂਕ ਚੈਪਟਰ 1 ਵਰਸ 19। ਜੀ ਹਾਂ। ਦੂਤ ਨੇ ਉੱਤਰ ਦਿੱਤਾ, ਦੇਖ ਮੈਂ ਜਿਬਰਾਇਲ ਦੂਤ ਹਾਂ ਜੋ ਪਰਮੇਸ਼ਰ ਦੇ ਸਾਹਮਣੇ ਖੜਾ ਰਹਿੰਦਾ ਹੈ। ਮੈਂ ਪਰਮੇਸ਼ਰ ਵੱਲੋਂ ਹੀ ਇਹ ਗੱਲਾਂ ਕਰਨ ਅਤੇ ਸ਼ੁਭ ਸਮਾਚਾਰ ਦੇਣ ਲਈ ਤੇਰੇ ਕੋਲ ਘੱਲਿਆ ਗਿਆ ਹਾਂ। ਵਾਓ। ਹੁਣ ਤੁਸੀਂ ਦੇਖਿਆ ਕਿ ਇਹ ਜਿਬਰਾਇਲ ਦੂਤ ਜਿਹੜਾ ਹੈਗਾ ਗੈਬਰੀਅਲ, ਇਹ ਪਰਮੇਸ਼ਰ ਦੇ ਸਾਹਮਣੇ ਖੜਾ ਰਹਿੰਦਾ ਹੈ।
ਸੋ ਇਹ ਮਤਲਬ ਹੈ ਜਦੋਂ ਇਹ 7 ਦੂਤ ਜਿਹੜੇ ਪਰਮੇਸ਼ਰ ਦੇ ਸਾਹਮਣੇ ਖੜਦੇ ਨੇ ਆ ਕੇ, ਹੋ ਸਕਦਾ ਕਿ ਇਹਨਾਂ ਵਿੱਚ ਵੀ ਇਹ ਜਬਰਾਇਲ ਫਰਿਸ਼ਤਾ ਜਿਹੜਾ ਹੈ ਮੌਜੂਦ ਹੋਵੇ। ਸੋ ਪ੍ਰਭੂ ਦੇ ਭੈਣੋ, ਦੇਖਣ ਵਾਲੀ ਗੱਲ ਇੱਥੇ ਇਹ ਹੈਗੀ ਆ ਵੀ ਜਿਹੜਾ ਚਰਚ ਹੈਗਾ ਆ ਉਹ ਸਵਰਗ ਦੇ ਵਿੱਚ ਸਾਹਮਣੇ ਖੜਾ ਹੈ, ਤੇ ਆਪਾਂ ਦੇਖ ਸਕਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਜੀ ਇਸ ਸਮੇਂ ਬੈਠੇ ਨਹੀਂ ਹੋਏ ਕੁਰਸੀ ਤੇ, ਯਾਨੀ ਕਿ ਬੈਠੇ ਨਹੀਂ ਹੋਏ ਤਖਤ ਤੇ ਪਰਮੇਸ਼ਰ ਪਿਤਾ ਦੇ ਸੱਜੇ ਹੱਥ, ਕਿਉਂਕਿ ਹੁਣ ਇੰਟਰਸੈਸ਼ਨ ਦਾ ਟਾਈਮ ਖਤਮ ਹੋ ਗਿਆ ਆ, ਕਿਉਂਕਿ ਉਹ ਇੰਟਰਸੀਡ ਕਰਦੇ ਸੀਗੇ ਚਰਚ ਦੇ ਵਾਸਤੇ। ਹੁਣ ਚਰਚ ਜਿਹੜਾ ਹੈ ਧਰਤੀ ਤੋਂ ਚੁੱਕਿਆ ਗਿਆ ਤੇ ਉਹ ਚਰਚ ਸਵਰਗ ਵਿੱਚ ਪਹੁੰਚ ਗਿਆ ਆ, ਰਾਈਟ। ਤੇ ਜਦੋਂ ਚਰਚ ਸਵਰਗ ਵਿੱਚ ਪਹੁੰਚ ਜਾਂਦਾ ਹੈ ਤੇ ਪ੍ਰਭੂ ਯਿਸੂ ਮਸੀਹ ਆਲਰੇਡੀ ਖੜ ਜਾਂਦੇ ਹੈਗੇ ਨੇ, ਤੇ ਪਰਮੇਸ਼ਰ ਪਿਤਾ ਦੇ ਸੱਜੇ ਹੱਥੋਂ ਉਹ ਪੋਥੀ ਫੜ ਲੈਂਦੇ ਨੇ। ਯਾਨੀ ਕਿ ਜਦੋਂ ਬਹਿੰਦੇ ਸੀਗੇ ਉੱਥੇ ਉਹ ਇੰਟਰਸੀਡ ਕਰਦੇ ਸੀਗੇ ਚਰਚ ਦੇ ਵਾਸਤੇ, ਯਾਨੀ ਕਿ ਹੁਣ ਇੰਟਰਸੀਡ ਨਹੀਂ ਕਰ ਰਹੇ। ਕਿਉਂ? ਕਿਉਂਕਿ ਹੁਣ ਤਾਂ ਚਰਚ ਪ੍ਰਭੂ ਦੇ ਨਾਲ ਹੀ ਆ, ਸਵਰਗ ਦੇ ਵਿੱਚ ਹੀ ਆ, ਆਪਾਂ ਸਾਰੇ ਉਹਦੇ ਨਾਲ ਹੀ ਆ, ਰਾਈਟ। ਹੁਣ ਉਹ ਕੁਰਸੀ ਇੰਟਰਸੈਸ਼ਨ ਦੀ ਕੁਰਸੀ ਜਾਂ ਤਖਤ ਤੋਂ ਉੱਠ ਕੇ ਉਹ ਦੂਸਰਾ ਰੋਲ ਲੈ ਲੈਂਦੇ ਨੇ। ਕਿਹੜਾ ਰੋਲ? ਜੱਜਮੈਂਟ ਦਾ ਰੋਲ, ਯਾਨੀ ਕਿ ਦੁਨੀਆ ਤੇ ਜੱਜਮੈਂਟ ਪ੍ਰੋਕਲੇਮ ਕਰਨ ਦਾ ਰੋਲ। ਤਾਂ ਹੀ ਜਿਉਂ-ਜਿਉਂ ਉਹ ਪੋਥੀਆਂ ਖੋਲ ਰਹੇ ਹੈਗੇ ਨੇ, ਉਹਨਾਂ ਦੇ ਉੱਤੇ ਲੱਗੇ ਸੀਲ ਖੋਲ ਰਹੇ ਹੈਗੇ ਨੇ, ਤਿਉਂ-ਤਿਉਂ ਧਰਤੀ ਦੇ ਉੱਤੇ ਜੱਜਮੈਂਟਸ ਜਿਹੜੀਆਂ ਨੇ ਉਹ ਡਿੱਗਦੀਆਂ ਪਈਆਂ ਹੈਗੀਆਂ ਨੇ। ਐਵੇਂ ਸੋ ਦੇਖਾਂਗੇ ਆਪਾਂ ਪਰਮੇਸ਼ਰ ਦਾ ਵਚਨ ਇੱਕ ਵਾਰ ਫੇਰ ਰੈਵਲੇਸ਼ਨ ਚੈਪਟਰ 6 ਦੇ ਵਿੱਚ ਵਰਸ 9 ਤੋਂ 11 ਇੱਕ ਵਾਰ ਫੇਰ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹੈਗਾ ਆ ਕਿ ਇਹ ਜਿਹੜੀ ਦੁਆ ਉਹਨਾਂ ਮਾਰਟਿਰਡ ਦੀ ਸੀ, ਜਿਹੜੇ ਲੋਕ ਮਾਰੇ ਜਾ ਰਹੇ ਸੀਗੇ ਧਰਤੀ ਤੇ ਐਂਟੀ ਕ੍ਰਾਈਸਟ ਤੋਂ, ਕਿਉਂਕਿ ਉਹਨਾਂ ਨੇ ਮੋਹਰ ਲਵਾਉਣ ਤੋਂ ਇਨਕਾਰ ਕਰ ਦਿੱਤਾ ਸੀਗਾ 666 ਵਾਲੀ, ਤੇ ਉਹ ਕੁਰਲਾਉਂਦੇ ਸੀ ਤੇ ਪੁਕਾਰਦੇ ਸੀ, ਦੁਆ ਕਰਦੇ ਸੀਗੇ, ਤੇ ਉਹਨਾਂ ਦੀਆਂ ਜਿਹੜੀਆਂ ਦੁਆਵਾਂ ਹੈਗੀਆਂ ਨੇ ਤੇ ਫਿਰ ਉੱਪਰ ਜਾ ਕੇ ਉਹਨਾਂ ਦੀ ਪੁਕਾਰ ਜਿਹੜੀ ਹੈਗੀ ਆ ਉਹ ਪਰਮੇਸ਼ਰ ਦੇ ਅੱਗੇ ਆਉਂਦੀ ਹੈ, ਤੇ ਪਰਮੇਸ਼ਰ ਉਹਨਾਂ ਨੂੰ ਜਵਾਬ ਦਿੰਦਾ ਹੈ ਇਸ ਧਰਤੀ ਤੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਤੰਗ ਕੀਤਾ। ਸੋ ਪੜਾਂਗੇ ਰੈਵਲੇਸ਼ਨ ਚੈਪਟਰ 6 ਵਰਸ 9 ਤੋਂ 11 ਤੱਕ ਪੜਾਂਗੇ ਆਪਾਂ। ਜੀ ਹਾਂ। ਫਿਰ ਜਦੋਂ ਮੇਮਣੇ ਨੇ ਪੰਜਵੀਂ ਸੀਲ ਤੋੜੀ ਤਾਂ ਮੈਂ ਬੇਦੀ ਦੇ ਹੇਠ ਉਹਨਾਂ ਸਭ ਮਨੁੱਖਾਂ ਦੀਆਂ ਆਤਮਾਵਾਂ ਵੇਖੀਆਂ ਜੋ ਪਰਮੇਸ਼ਰ ਦੇ ਸੰਦੇਸ਼ ਅਤੇ ਆਪਣੀ ਦਿੱਤੀ ਗਵਾਹੀ ਦੇ ਕਾਰਨ ਕਤਲ ਕੀਤੇ ਗਏ ਸਨ। ਉਸ ਸਮੇਂ ਉਹ ਉੱਚੀ ਆਵਾਜ਼ ਨਾਲ ਬੋਲੇ, ਮਾਲਕ ਤੂੰ ਪਵਿੱਤਰ ਅਤੇ ਸੱਚਾ ਹੈ, ਤੂੰ ਹੋਰ ਕਿੰਨਾ ਚਿਰ ਸਾਡਾ ਨਿਆਂ ਕਰਨ ਵਿੱਚ ਲਾਵੇਂਗਾ ਅਤੇ ਸਾਡੀ ਮੌਤ ਦਾ ਬਦਲਾ ਧਰਤੀ ਨਿਵਾਸੀਆਂ ਤੋਂ ਲਵੇਂਗਾ। ਉਹਨਾਂ ਵਿੱਚੋਂ ਹਰ ਇੱਕ ਨੂੰ ਇੱਕ ਇੱਕ ਚਿੱਟਾ ਪਹਿਰਾਵਾ ਦਿੱਤਾ ਗਿਆ। ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਉਹ ਕੁਝ ਚਿਰ ਦੇ ਲਈ ਹੋਰ ਆਰਾਮ ਕਰਨ, ਜਦੋਂ ਤੱਕ ਕਿ ਉਹਨਾਂ ਦੇ ਸਾਥੀ ਸੇਵਾਦਾਰ ਅਤੇ ਭਰਾਵਾਂ ਦੀ ਗਿਣਤੀ ਪੂਰੀ ਨਾ ਹੋ ਜਾਵੇ ਜੋ ਕਤਲ ਕੀਤੇ ਜਾਣ ਵਾਲੇ ਹਨ। ਸੋ ਪ੍ਰਭੂ ਦੇ ਭੈਣੋ, ਇਸ ਤਰ੍ਹਾਂ ਇਹ ਕਹਿ ਲਓ ਕਿ ਮੋਹਰ ਜਿਹੜੀ ਹੈਗੀ ਆ ਇਹ 7ਵੀਂ ਖੁੱਲ੍ਹਦੀ ਹੈਗੀ ਆ, ਤੇ ਹੁਣ ਆਪਾਂ ਦੇਖਾਂਗੇ ਜਿਹੜਾ ਪਹਿਲਾ ਬਿਗਲ ਵੱਜਦਾ ਹੈਗਾ ਆ। ਸੋ ਇਹੀ ਚੈਪਟਰ ਦੇ ਵਿੱਚ ਚੈਪਟਰ ਰੈਵਲੇਸ਼ਨ ਚੈਪਟਰ 8 ਵਰਸ 6 ਐਂਡ 7 ਆਪਾਂ ਪੜਾਂਗੇ, ਜਿਹਦੇ ਵਿੱਚ ਪਹਿਲਾ ਐਂਜਲ ਜਿਹੜਾ ਸੀਗਾ ਪਰਮੇਸ਼ਰ ਦੇ ਤਖਤ ਦੇ ਸਾਹਮਣੇ ਖੜਦਾ ਆ, ਉਹ ਇੱਕ ਥੁਰੀ ਨੂੰ ਫੜ ਕੇ, ਬਿਗਲ ਨੂੰ ਫੜ ਕੇ ਉਹ ਬਿਗਲ ਵਜਾਉਂਦਾ ਆ। ਸੋ ਜਦੋਂ ਬਿਗਲ ਵੱਜਦਾ ਆ ਤੇ ਉਦੋਂ ਇਸ ਧਰਤੀ ਤੇ ਕੀ ਹੁੰਦਾ ਦੇਖਾਂਗੇ ਪਰਮੇਸ਼ਰ ਵਚਨ ਵਿੱਚੋਂ। ਜੀ ਹਾਂ। ਇਸ ਦੇ ਪਿੱਛੋਂ ਉਹ ਸੱਤੇ ਸਵਰਗ ਦੂਤ ਜਿਨ੍ਹਾਂ ਕੋਲ 7 ਬਿਗਲ ਸਨ ਉਹਨਾਂ ਨੂੰ ਵਜਾਉਣ ਲਈ ਤਿਆਰ ਹੋ ਗਏ। ਪਹਿਲੇ ਸਵਰਗ ਦੂਤ ਨੇ ਬਿਗਲ ਵਜਾਇਆ ਤਾਂ ਲਹੂ ਨਾਲ ਮਿਲੇ ਗੜੇ ਅਤੇ ਅੱਗ ਦਾ ਮੀਂਹ ਧਰਤੀ ਤੇ ਪੈਣ ਲੱਗਾ। ਇਸ ਨਾਲ ਧਰਤੀ ਅਤੇ ਰੁੱਖਾਂ ਦਾ ਤੀਜਾ ਹਿੱਸਾ ਖਤਮ ਹੋ ਗਿਆ ਅਤੇ ਉਸ ਉਤਲਾ ਹਰਾ ਘਾਹ ਵੀ ਭਸਮ ਹੋ ਗਿਆ। ਵਾਓ। ਸੋ ਪ੍ਰਭੂ ਦੇ ਭੈਣੋ, ਇਹ ਜਿਹੜੀਆਂ ਜਜਮੈਂਟਸ ਹੋਣਗੀਆਂ ਹੁਣ ਧਰਤੀ ਤੇ ਡਿੱਗਣਗੀਆਂ, ਇਹ ਲਿਟਰਲ ਹੋਣਗੀਆਂ, ਸਿੰਬੋਲਿਕਲ ਨਹੀਂ ਹੋਣਗੀਆਂ। ਇਹ ਜਿਸ ਤਰ੍ਹਾਂ ਦੱਸਿਆ ਗਿਆ ਹੈ ਵੀ ਜੋ ਡਿੱਗ ਰਿਹਾ ਹੈਗਾ ਆ ਉਸ ਤਰ੍ਹਾਂ ਹੀ ਹੋਵੇਗਾ ਜਿਹੜਾ ਪਰਮੇਸ਼ਰ ਦਾ ਵਚਨ ਆਪਾਂ ਨੂੰ ਬਿਆਨ ਕਰਦਾ ਹੈਗਾ। ਪੜਾਂਗੇ ਆਪਾਂ ਬਿਲਕੁਲ ਉਹੀ ਇਹੀ ਪ੍ਰੋਫੈਸੀ ਜੋਇਲ ਚੈਪਟਰ 2 ਵਰਸ 30 ਤੇ 31 ਦੇ ਵਿੱਚ ਵੀ ਕੀਤੀ ਗਈ ਸੀਗੀ ਕਿ ਜਿਸ ਤਰ੍ਹਾਂ ਇਹ ਬਿਗਲ ਜਿਹੜਾ ਹੈਗਾ ਆ ਵੱਜਦਾ ਆ ਤੇ ਕਿਸ ਤਰ੍ਹਾਂ ਅੱਗ ਆ ਕੇ ਇਸ ਧਰਤੀ ਤੇ ਡਿੱਗਦੀ ਆ, ਤੇ ਕਿਸ ਤਰ੍ਹਾਂ ਪ੍ਰਭੂ ਨੂੰ ਇਸ ਧਰਤੀ ਦੇ ਉੱਤੇ ਕਹਿ ਲਓ ਕਿ ਲਹੂ, ਅੱਗ ਤੇ ਧੂਆਂ ਚਾਰੋਂ ਪਾਸੇ ਡਿੱਗਦਾ ਹੈਗਾ ਆ। ਸੋ ਜੇ ਦੇਖਿਆ ਜਾਵੇ ਮਿਸਰ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਹੀ ਹੋਇਆ ਸੀਗਾ। ਉਸ ਸਮੇਂ ਤਾਂ ਜਿਹੜੇ ਇਜ਼ਰਾਈਲੀ ਲੋਕ ਸੀਗੇ ਇਹਨਾਂ ਤਕਲੀਫਾਂ ਤੋਂ ਬਚ ਗਏ ਸੀਗੇ, ਲੇਕਿਨ ਇਸ ਸਮੇਂ ਜਿਹੜੇ ਇਜ਼ਰਾਈਲੀ ਲੋਕ ਨੇ ਧਰਤੀ ਤੇ ਉਹ ਇਸ ਮੁਸ਼ਕਲ ਤੋਂ ਬਚਣਗੇ ਨਹੀਂ ਬਲਕਿ ਇਹਦੇ ਵਿੱਚੋਂ ਗੁਜ਼ਰਨਗੇ। ਸੋ ਆਓ ਦੇਖੀ ਧਿਆਨ ਦੇਣਾ ਜੋਇਲ ਚੈਪਟਰ 2 ਵਰਸ 30 ਤੇ 31 ਦੇਖਾਂਗੇ ਆਪਾਂ। ਜੀ ਹਾਂ। ਉਸ ਦਿਨ ਮੈਂ ਚੇਤਾਵਨੀ ਦੇਵਾਂਗਾ, ਆਕਾਸ਼ ਵਿੱਚ, ਧਰਤੀ ਉੱਤੇ ਅਤੇ ਕਈ ਥਾਂ ਖੂਨ ਡੁੱਲੇਗਾ ਅਤੇ ਅੱਗ ਲੱਗੇਗੀ ਅਤੇ ਧੂਏ ਦੇ ਬੱਦਲ ਉੱਠਣਗੇ। ਸੂਰਜ ਹਨੇਰਾ ਹੋ ਜਾਵੇਗਾ ਅਤੇ ਚੰਦਰਮੇ ਦਾ ਰੰਗ ਲਾਲ ਪੈ ਜਾਵੇਗਾ। ਇਹ ਸਭ ਪ੍ਰਭੂ ਦੇ ਉਸ ਵੱਡੇ ਭਿਆਨਕ ਦਿਨ ਦੇ ਆਉਣ ਤੋਂ ਪਹਿਲਾਂ ਹੋਵੇਗਾ। ਸੋ ਪ੍ਰਭੂ ਦੇ ਭੈਣੋ, ਇਹ ਤੁਸੀਂ ਦੇਖੋ ਹਜੇ ਸੈਕਿੰਡ ਕਮਿੰਗ ਵਾਸਤੇ ਤਕਰੀਬਨ 3.5 ਸਾਲ ਬਾਕੀ ਨੇ,
3.5 ਸਾਲ ਬਾਅਦ, ਉਸ ਸਮੇਂ ਤੋਂ 3.5 ਸਾਲ ਬਾਅਦ ਸੈਕੰਡ ਕਮਿੰਗ ਹੋਵੇਗੀ, ਪ੍ਰਭੂ ਯਿਸੂ ਮਸੀਹ ਦਾ ਆਣਾ ਹੋਵੇਗਾ। ਉਹ ਤੋਂ ਪਹਿਲਾਂ ਇਹਨਾਂ ਦਿਨਾਂ ਵਿੱਚ ਹੋਵੇਗਾ। ਅੱਗ ਲੱਗ ਰਹੀ ਹੈਗੀ ਆ, ਧੂੰਆਂ ਨਿਕਲ ਰਿਹਾ ਹੈਗਾ ਆ, ਸਨੋ ਡਿੱਗ ਰਹੀ ਹੈਗੀ ਆ, ਅਤੇ ਕਹਿ ਲਓ ਕਿ ਲਹੂ ਡਿੱਗ ਰਿਹਾ ਹੈਗਾ ਚਾਰੋਂ ਪਾਸੇ, ਅਤੇ ਬਹੁਤ ਹੀ ਦੁਨੀਆ ਜਿਹੜੀ ਹੈਗੀ ਆ, ਇੰਨਾ ਜ਼ਿਆਦਾ ਅੱਗ ਲੱਗੀ ਹੋਏਗੀ ਚਾਰੋਂ ਪਾਸੇ ਕਿ ਇੱਥੋਂ ਤੱਕ ਕਿ ਚੰਦ ਨਜ਼ਰ ਨਹੀਂ ਆਏਗਾ ਅਤੇ ਸੂਰਜ ਦਾ ਰੰਗ ਵੀ ਕਾਲਾ ਹੋ ਜਾਵੇਗਾ, ਨਜ਼ਰ ਨਹੀਂ ਆਵੇਗਾ। ਸੋ ਇਹ ਤੁਹਾਨੂੰ ਯਾਦ ਹੋਏਗਾ ਕਿ ਪੁਰਾਣੇ ਨੇਮ ਦੇ ਵਿੱਚ ਜਦ ਆਪਾਂ ਦੇਖੀਏ ਐਕਸਡਸ ਦੀ ਕਿਤਾਬ ਦੇ ਵਿੱਚ 9ਵੇਂ ਚੈਪਟਰ ਦੇ ਵਿੱਚ ਦੇਖਾਂਗੇ ਆਪਾਂ ਕਿ ਇਹ 5ਵੀਂ ਜਜਮੈਂਟ ਸੀ ਜਿਹੜੀ ਮਿਸਰ ਦੇ ਵਿੱਚ ਜਦੋਂ 10 ਜਜਮੈਂਟਸ ਡਿੱਗੀਆਂ ਸੀਗੀਆਂ ਮਿਸਰੀ ਲੋਕਾਂ ਦੇ ਉੱਤੇ ਮੂਸਾ ਦੇ ਹੱਥੋਂ, ਤੁਹਾਨੂੰ ਯਾਦ ਹੋਵੇਗਾ। ਅਤੇ ਇਹ 5ਵੀਂ ਜਜਮੈਂਟ ਸੀ ਜਿਹੜੀ ਹੋਈ ਸੀ, ਅਤੇ ਇਹ ਰਿਪੀਟ ਕੀਤੀ ਜਾ ਰਹੀ ਹੈਗੀ ਹੈ ਇੱਥੇ ਪਹਿਲੇ ਬਿਗਲ ਦੇ ਵਿੱਚ। 7ਵੀਂ ਮੋਹਰ ਦੇ ਪਹਿਲੇ ਬਿਗਲ ਦੇ ਵਿੱਚ ਇਹ ਰਿਪੀਟ ਕੀਤੀ ਜਾ ਰਹੀ ਆ। ਸੋ ਪੜ੍ਹਾਂਗੇ, ਦੇਖਾਂਗੇ ਆਪਾਂ ਕਿ ਕਿਸ ਤਰ੍ਹਾਂ ਵਚਨ 'ਚ ਲਿਖਿਆ। ਐਕਸੋਡਸ ਚੈਪਟਰ 9 ਵਰਸ 22 ਤੋਂ ਲੈ ਕੇ 26 ਤੱਕ ਆਪਾਂ ਦੇਖਾਂਗੇ। ਜੀ ਹਾਂ। ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਆਪਣਾ ਹੱਥ ਤਾਂ ਆਕਾਸ਼ ਵੱਲ ਚੁੱਕ ਕਿ ਸਾਰੇ ਮਿਸਰ ਦੇ ਲੋਕਾਂ, ਪਸ਼ੂਆਂ ਅਤੇ ਰੁੱਖਾਂ ਤੇ ਗੜਿਆਂ ਦਾ ਮੀਂਹ ਭਰੇ। ਸੋ ਮੂਸਾ ਨੇ ਆਪਣੀ ਲਾਠੀ ਉਤਾਂ ਆਕਾਸ਼ ਵੱਲ ਕੀਤੀ ਤਾਂ ਪ੍ਰਭੂ ਨੇ ਗਰਜਾਂ ਭਰਿਆ ਗੜਿਆਂ ਅਤੇ ਅੱਗ ਦਾ ਮੀਂਹ ਧਰਤੀ ਤੇ ਵਰਾਇਆ। ਇਹ ਭਿਅੰਕਰ ਗੜਿਆਂ ਦਾ ਮੀਂਹ ਸਾਰੇ ਮਿਸਰ ਤੇ ਪਿਆ। ਗੜਿਆਂ ਦੇ ਨਾਲ ਭਿਅੰਕਰ ਅੱਗ ਵਰਗੀ ਬਿਜਲੀ ਵੀ ਚਮਕਦੀ ਸੀ। ਇਹ ਗੜਿਆਂ ਦਾ ਮੀਂਹ ਬਹੁਤ ਭਿਅੰਕਰ ਸੀ, ਇਹੋ ਜਿਹਾ ਪਹਿਲਾਂ ਕਦੇ ਮਿਸਰ ਤੇ ਨਹੀਂ ਪਿਆ ਸੀ। ਗੜੇ ਮਿਸਰ ਦੀ ਹਰ ਚੀਜ਼, ਲੋਕਾਂ, ਪਸ਼ੂਆਂ, ਰੁੱਖਾਂ ਆਦਿ ਉੱਤੇ ਪਏ ਸਨ। ਇਸ ਨਾਲ ਹਰ ਖੇਤ ਦੀ ਫਸਲ ਤਬਾਹ ਹੋ ਗਈ। ਪਰ ਗੋਸ਼ਾਨ ਦੇ ਇਲਾਕੇ ਜਿੱਥੇ ਇਜ਼ਰਾਈਲੀ ਲੋਕ ਰਹਿ ਰਹੇ ਸਨ, ਗੜਿਆਂ ਦਾ ਮੀਂਹ ਨਹੀਂ ਪਿਆ ਸੀ। ਉਸ ਸਮੇਂ ਤਾਂ ਇਜ਼ਰਾਈਲੀ ਲੋਕ ਬਚ ਗਏ ਸੀ, ਲੇਕਿਨ ਹੁਣ ਇਸ ਪਹਿਲੇ ਵਿਗਲ ਦੇ ਵਿੱਚ ਸਾਰੀ ਦੁਨੀਆ ਉੱਤੇ ਪਏਗਾ। ਪ੍ਰਭੂ ਤੇ ਮੈਨੂੰ ਕੋਈ ਬਚੇਗਾ ਨਹੀਂ। ਸੋ ਪਰਮੇਸ਼ਰ ਦਾ ਵਚਨ ਕਲੀਅਰਲੀ ਦੱਸਦਾ ਹੈਗਾ ਕਿ ਸਮਾਂ ਜਿਹੜਾ ਆ ਰਿਹਾ ਹੈ ਬਹੁਤ ਹੀ ਭਿਅੰਕਰ ਹੋਵੇਗਾ। ਸੋ ਪ੍ਰਭੂ ਤੇ ਮੈਨੂੰ ਇਹ ਤਾਂ ਸੀਗੀ ਆਪਣਾ ਪਹਿਲਾ ਬਿਗਲ ਜਿਹੜਾ ਵੱਜਿਆ, ਅਤੇ ਹੁਣ ਆਪਾਂ ਦੂਸਰੇ ਬਿਗਲ ਦੇ ਵਿੱਚ ਜਾਵਾਂਗੇ, ਦੇਖਾਂਗੇ ਵੀ ਜਿਹੜਾ ਦੂਸਰਾ ਬਿਗਲ ਹੈਗਾ ਆ ਉਹਦੇ ਵਿੱਚ ਪਰਮੇਸ਼ਰ ਦਾ ਵਚਨ ਆਪਾਂ ਨੂੰ ਕੀ ਦੱਸਦਾ ਆ। ਰੈਵਲੇਸ਼ਨ ਚੈਪਟਰ 8 ਦੇਖਾਂਗੇ, ਅਤੇ ਵਰਸ 8 ਐਂਡ ਵਰਸ 9 ਦੇ ਵਿੱਚ ਆਪਾਂ ਪੜ੍ਹਾਂਗੇ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੂਸਰਾ ਬਿਗਲ। ਸੋ ਦੂਸਰਾ ਏਂਜਲ ਜਿਹੜਾ ਸੀਗਾ ਉਹ ਆਪਣਾ ਬਿਗਲ ਚੱਕਦਾ ਆ, ਤੁਰੀ ਚੱਕਦਾ ਆ ਅਤੇ ਤੁਰੀ ਨੂੰ ਵਜਾਉਂਦਾ ਆ। ਸੋ ਉਸ ਸਮੇਂ ਕੀ ਹੁੰਦਾ ਆ ਦੇਖਾਂਗੇ ਪ੍ਰਭੂ ਦੇ ਵਚਨ ਵਿੱਚੋਂ। ਰੈਵਲੇਸ਼ਨ 8:8-9 ਜੀ। ਦੂਜੇ ਸਵਰਗਦੂਤ ਨੇ ਬਿਗਲ ਵਜਾਇਆ ਤਾਂ ਕੋਈ ਚੀਜ਼ ਇੱਕ ਵੱਡੇ ਪਹਾੜ ਵਰਗੀ ਅੱਗ ਨਾਲ ਬਲਦੀ ਸਮੁੰਦਰ ਵਿੱਚ ਸੁੱਟੀ ਗਈ। ਇਸ ਨਾਲ ਸਮੁੰਦਰ ਦਾ ਤੀਜਾ ਹਿੱਸਾ ਲਹੂ ਵਿੱਚ ਬਦਲ ਗਿਆ। ਤਦ ਸਮੁੰਦਰ ਦੇ ਜੀਵਾਂ ਦਾ ਤੀਜਾ ਹਿੱਸਾ ਮਰ ਗਿਆ ਅਤੇ ਉਸ ਵਿਚਲੀਆਂ ਕਿਸ਼ਤੀਆਂ ਦਾ ਤੀਜਾ ਹਿੱਸਾ ਵੀ ਨਾਸ਼ ਹੋ ਗਿਆ। ਹੁਣ ਦੇਖੋ ਤੁਸੀਂ, ਇਹਦੇ ਵਿੱਚ ਆ ਨਹੀਂ ਲਿਖਿਆ ਗਿਆ ਹੈ, ਪਰਮੇਸ਼ਰ ਦੇ ਵਚਨ ਵਿੱਚ ਦੁਬਾਰਾ ਦੇਖਾਂਗੇ ਆਪਾਂ ਥੋੜ੍ਹਾ ਜਿਹਾ। ਇਹਦੇ ਵਿੱਚ ਆ ਨਹੀਂ ਲਿਖਿਆ ਗਿਆ ਕਿ ਇੱਕ ਬਹੁਤ ਵੱਡਾ ਪਹਾੜ ਜਿਹੜਾ ਸੀਗਾ ਉਹ ਸਵਰਗ ਦੇ ਵਿੱਚੋਂ ਉੱਤੋਂ ਆ ਕੇ ਤਾਂ ਧਰਤੀ 'ਤੇ ਅੱਡ ਗਿਆ। ਹੁਣ ਕਈ ਲੋਕ ਸੋਚਦੇ ਹੋਣੇ ਆ ਬਈ ਨਹੀਂ, ਬਸ ਜੀ ਵੀ ਹੋ ਸਕਦਾ ਹੈ ਕਿ ਬਹੁਤ ਵੱਡਾ ਤਾਰਾ ਜਿਹੜਾ ਹੈ ਉਹ ਟੁੱਟ ਕੇ ਧਰਤੀ 'ਤੇ ਡਿੱਗਿਆ ਹੋਵੇ, ਹੈ ਨਾ। ਲੇਕਿਨ ਤੁਸੀਂ ਧਿਆਨ ਨਾਲ ਜੇ ਦੇਖੋ ਇੱਕ ਵਾਰ ਫਿਰ ਪਹਿਲਾ ਵਰਸ ਪੜ੍ਹਾਂਗੇ ਆਪਾਂ, 8ਵਾਂ ਵਰਸ ਦੇਖੋ। ਦੂਜੇ ਸਵਰਗਦੂਤ ਨੇ ਬਿਗਲ ਵਜਾਇਆ ਤਾਂ ਕੋਈ ਚੀਜ਼ ਇੱਕ ਵੱਡੇ ਪਹਾੜ ਇੱਕ ਵੱਡੇ ਪਹਾੜ ਵਰਗੀ ਕੋਈ ਚੀਜ਼, ਪਹਾੜ ਨਹੀਂ, ਵੱਡੇ ਪਹਾੜ ਵਰਗੀ ਕੋਈ ਚੀਜ਼ ਸਮੁੰਦਰ ਦੇ ਵਿੱਚ ਜਿੱਦਾਂ ਅੱਡ ਗਈ ਜਾਂ ਸਮੁੰਦਰ ਦੇ ਵਿੱਚ ਫਟ ਗਈ। ਜਿੱਥੇ ਤੱਕ ਮੈਂ ਦੇਖਦਾ ਹੈਗਾ ਪ੍ਰਭੂ ਦੇ ਬੜਾ ਪਰਮੇਸ਼ਰ ਵਚਨ ਇੱਥੇ ਇੰਝ ਲੱਗਦਾ ਆ ਕਿ ਇੱਕ ਐਟਮ ਬੰਬ ਡਿੱਗੇਗਾ ਜਿਹੜਾ ਫਟੇਗਾ, ਅਤੇ ਉਹ ਇੰਝ ਲੱਗਦਾ ਹੈ ਜਿੱਦਾਂ ਸਮੁੰਦਰ ਵਿੱਚ ਫਟਦਾ ਹੈ ਇੱਕ ਵੱਡਾ ਪਹਾੜ। ਤੁਹਾਨੂੰ ਪਤਾ ਵੀ ਜਦੋਂ ਐਟਮ ਬੰਬ ਫਟਦਾ ਆ ਉਹ ਇੱਕ ਪਹਾੜ ਦਾ ਰੂਪ ਲੈਂਦਾ ਆ। ਇਹ ਉੱਪਰੋਂ ਕੋਈ ਪਹਾੜ ਆ ਕੇ ਨਹੀਂ ਡਿੱਗਿਆ, ਕਿਉਂਕਿ ਜਦੋਂ ਤਾਰੇ ਡਿੱਗਦੇ ਨੇ ਉੱਪਰੋਂ ਟੁੱਟ ਕੇ ਤਾਂ ਬੱਚਨ 'ਚ ਕਲੀਅਰ ਲਿਖਿਆ ਹੁੰਦਾ ਵੀ ਕੋਈ ਤਾਰਾ ਸਵਰਗੋਂ ਆ ਕੇ ਡਿੱਗਿਆ। ਲੇਕਿਨ ਇੱਥੇ ਆ ਨਹੀਂ ਲਿਖਿਆ ਵੀ ਕੋਈ ਤਾਰਾ ਸਵਰਗੋਂ ਆ ਕੇ ਟੁੱਟ ਕੇ ਡਿੱਗਿਆ। ਇੱਥੇ ਆ ਲਿਖਿਆ ਕਿ ਇੱਕ ਬਹੁਤ ਵੱਡੇ ਪਹਾੜ ਵਾਂਗੂ ਕੋਈ ਚੀਜ਼ ਸਮੁੰਦਰ 'ਚ ਆ ਡਿੱਗੀ, ਕਿਉਂਕਿ ਜਹੰਨਾਂ ਨੂੰ ਉਸ ਸਮੇਂ ਆ ਨਹੀਂ ਪਤਾ ਸੀਗਾ ਜ਼ਿਆਦਾ ਬਈ ਕਿਸ ਤਰ੍ਹਾਂ ਬੰਬ ਬਣਨਗੇ ਅੱਗੇ ਜਾ ਕੇ। ਕਿੰਨੇ 2000 ਸਾਲ ਤੋਂ ਵੀ ਪਹਿਲਾਂ ਦੀ ਰੈਵੋਲੂਸ਼ਨ ਹੈਗੀ ਆ, ਉਦੋਂ ਤੱਕ ਹਜੇ ਬੰਦੂਕਾਂ ਵੀ ਸ਼ਾਇਦ ਨਹੀਂ ਬਣੀਆਂ ਹੋਈਆਂ, ਅਤੇ ਸਿਰਫ ਤੀਰਾਂ ਦੇ ਨਾਲ ਅਤੇ ਕਹਿ ਲਓ ਕਿ ਤਲਵਾਰਾਂ ਦੇ ਨਾਲ ਹੀ ਲੜਦੇ ਹੁੰਦੇ ਸੀਗੇ। ਅਤੇ ਐਟਮ ਬੰਬ ਜਦੋਂ ਫਟਦਾ ਆ ਉੱਪਰੋਂ ਆਉਂਦਾ ਡਿੱਗਦਾ ਨਜ਼ਰ ਨਹੀਂ ਆਉਂਦਾ, ਲੇਕਿਨ ਜਦੋਂ ਫਟਦਾ ਆ ਉਹ ਐਂ ਉੱਠਦਾ ਹੈ ਜਿੱਦਾਂ ਇੱਕ ਵੱਡਾ ਪਹਾੜ ਹੁੰਦਾ ਆ, ਜਿਵੇਂ। ਸੋ ਇਸ ਤਰ੍ਹਾਂ ਇਹਨੇ ਦੇਖਿਆ ਵੀ ਕੋਈ ਪਹਾੜ ਵਰਗੀ ਕੋਈ ਚੀਜ਼ ਜਿੱਦਾਂ ਪਾਣੀ ਵਿੱਚ ਅੱਡ ਗਈ ਹੈ, ਪਹਾੜ ਵਾਂਗੂ। ਲੇਕਿਨ ਇੱਥੇ ਆ ਵੀ ਦੇਖਣ ਵਾਲੀ ਗੱਲ ਹੈਗੀ ਆ ਕਿ ਬਚਨ ਦੇ ਵਿੱਚ ਜਦੋਂ ਪਾਣੀ ਦੀ ਗੱਲ ਹੁੰਦੀ ਆ ਪ੍ਰਭੂ ਦੇ ਭੈਣੋ, ਉਹ ਹਮੇਸ਼ਾ ਦੁਨੀਆ ਦੀ ਗੱਲ ਹੁੰਦੀ ਆ। ਹੁਣ ਜ਼ਰੂਰੀ ਨਹੀਂ ਕਿ ਪਾਣੀ ਦਾ ਮਤਲਬ ਸਮੁੰਦਰ 'ਚ ਹੀ ਆ ਡਿੱਗੀ, ਨਹੀਂ।
ਹੋ ਸਕਦਾ ਆ ਕਿ ਇੱਥੇ ਦੁਨੀਆ ਦੀ ਗੱਲ ਵੀ ਹੋ ਰਹੀ ਹੋਵੇ, ਯਾਨੀ ਕਿ ਸਮੁੰਦਰ ਦੇ ਜਾਨਵਰ ਵੀ ਮਰਨਗੇ, ਲੇਕਿਨ ਜਿਹੜੇ ਲੋਕ ਨੇ, ਹਿਊਮੈਨਿਟੀ ਜਿਹੜੀ ਹੈ, ਉਹਨਾਂ ਦੇ ਵਿੱਚੋਂ ਵੀ ਲੋਕ ਜਿਹੜੇ ਨੇ ਉਹ ਖਤਮ ਹੋ ਸਕਦੇ ਹੈਗੇ ਨੇ। ਸੋ ਇਹ ਤਾਂ ਪਰਮੇਸ਼ਰ ਦੇ ਵਚਨ ਵਿੱਚ ਲਿਖਿਆ, ਇਹ ਬਹੁਤ ਹੀ ਜ਼ਿਆਦਾ ਭਿਅੰਕਰ ਸਮਾਂ ਹੋਵੇਗਾ ਪ੍ਰਭੂ ਭੈਣੋ। ਦੇਖਾਂਗੇ ਇੱਕ ਵਾਰ ਫਿਰ ਰਿਪੀਟ ਹੋ ਰਿਹਾ ਹੈ ਕੁਛ ਐਕਸਡਸ ਦੇ ਵਿੱਚੋਂ। ਐਕਸਡਸ ਚੈਪਟਰ 7 ਦੇ ਵਿੱਚ ਦੇਖਾਂਗੇ ਤੇ ਉਹਦੇ 14ਵੇਂ ਵਰਸ ਤੋਂ ਲੈ ਕੇ 21st ਵਰਸ ਤੱਕ ਆਪਾਂ ਜਾਵਾਂਗੇ, ਜਿਹਦੇ ਵਿੱਚ ਆਪਾਂ ਨੂੰ ਨਜ਼ਰ ਆਵੇਗਾ ਬਈ ਕੁਛ ਮਿਲਦੀਆਂ ਜੁਲਦੀਆਂ ਚੀਜ਼ਾਂ ਆਪਾਂ ਨੂੰ ਨਜ਼ਰ ਆਉਣਗੀਆਂ ਪਰਮੇਸ਼ਰ ਦੇ ਵਚਨ ਵਿੱਚੋਂ। ਪੜਾਂਗੇ ਐਕਸਡਸ ਚੈਪਟਰ 7 ਵਰਸ 14 to 21 ਪੜਾਂਗੇ। ਜੀ ਹਾਂ। ਪ੍ਰਭੂ ਨੇ ਫਿਰ ਮੂਸਾ ਨੂੰ ਕਿਹਾ, ਰਾਜਾ ਫਰੋਨ ਨੇ ਆਪਣਾ ਦਿਲ ਸਖਤ ਕਰ ਲਿਆ ਹੈ। ਉਸ ਨੇ ਮੇਰੇ ਲੋਕਾਂ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ, ਇਸ ਲਈ ਤੂੰ ਨੀਲ ਨਦੀ ਵੱਲ ਜਾ। ਰਾਜਾ ਵੀ ਉਸ ਵੱਲ ਜਾ ਰਿਹਾ ਹੈ। ਰਾਜਾ ਦੇ ਨਦੀ ਦੇ ਕੰਢੇ ਤੇ ਪਹੁੰਚਣ ਤੱਕ ਤੂੰ ਉੱਥੇ ਠਹਿਰੀ। ਆਪਣੇ ਨਾਲ ਤੂੰ ਉਹ ਲਾਠੀ ਜੋ ਸੱਪ ਬਣ ਗਈ ਸੀ ਉਹ ਵੀ ਲੈ ਜਾਵੀਂ। ਤੂੰ ਰਾਜਾ ਨੂੰ ਉਸ ਦੇ ਪਹੁੰਚਣ ਤੇ ਕਹੀਂ, ਇਜ਼ਰਾਈਲੀਆਂ ਦੇ ਪ੍ਰਭੂ ਨੇ ਇਹ ਵੀ ਕਿਹਾ ਹੈ, ਮੇਰੇ ਲੋਕਾਂ ਨੂੰ ਮੇਰੀ ਪੂਜਾ ਕਰਨ ਦੇ ਲਈ ਉਜਾੜ ਵਿੱਚ ਜਾਣ ਦੇ। ਤੂੰ ਅਜੇ ਤੱਕ ਉਹਨਾਂ ਨੂੰ ਜਾਣ ਨਹੀਂ ਦਿੱਤਾ, ਇਸ ਲਈ ਹੁਣ ਦੇਖ, ਮੈਂ ਇਹ ਲਾਠੀ ਨਦੀ ਦੇ ਪਾਣੀ ਤੇ ਮਾਰਾਂਗਾ ਅਤੇ ਨਦੀ ਦਾ ਸਾਰਾ ਪਾਣੀ ਲਹੂ ਬਣ ਜਾਵੇਗਾ। ਸਾਰੀਆਂ ਮੱਛੀਆਂ ਨਦੀ ਵਿੱਚ ਮਰ ਜਾਣਗੀਆਂ ਅਤੇ ਨਦੀ ਦੇ ਪਾਣੀ ਵਿੱਚੋਂ ਸੜਿਹਾਣ ਆਵੇਗੀ, ਇਸ ਲਈ ਮਿਸਰੀ ਲੋਕ ਇਸ ਦਾ ਪਾਣੀ ਨਹੀਂ ਪੀ ਸਕਣਗੇ। ਪ੍ਰਭੂ ਨੇ ਮੂਸਾ ਨੂੰ ਅੱਗੇ ਕਿਹਾ, ਹਾरून ਨੂੰ ਇਹ ਕਹਿ ਕਿ ਉਹ ਆਪਣੀ ਲਾਠੀ ਲੈ ਕੇ ਆਪਣਾ ਹੱਥ ਮਿਸਰ ਦੇ ਪਾਣੀਆਂ ਤੇ ਚੁੱਕੇ, ਨਦੀਆਂ ਤੇ, ਨਹਿਰਾਂ ਤੇ, ਛੱਪੜਾਂ ਤੇ, ਖੂਹਾਂ ਆਦਿ ਤੇ, ਤਾਂ ਇਹਨਾਂ ਦੇ ਪਾਣੀ ਲਹੂ ਬਣ ਜਾਣਗੇ। ਇੱਥੋਂ ਤੱਕ ਕਿ ਸਾਰੇ ਮਿਸਰ ਵਿੱਚ ਲੱਕੜੀ ਜਾਂ ਪੱਥਰ ਦੇ ਭਾਂਡਿਆਂ ਵਿਚਲਾ ਪਾਣੀ ਵੀ ਲਹੂ ਬਣ ਜਾਵੇਗਾ। ਮੂਸਾ ਅਤੇ ਹਾरून ਨੇ ਰਾਜਾ ਅਤੇ ਉਸ ਦੇ ਅਧਿਕਾਰੀਆਂ ਦੇ ਸਾਹਮਣੇ ਪ੍ਰਭੂ ਦੇ ਕਹੇ ਅਨੁਸਾਰ ਕੀਤਾ। ਉਸਨੇ ਆਪਣੀ ਲਾਠੀ ਨੀਲ ਨਦੀ ਦੇ ਪਾਣੀ ਤੇ ਮਾਰੀ ਤਾਂ ਨੀਲ ਨਦੀ ਦਾ ਸਾਰਾ ਪਾਣੀ ਲਹੂ ਬਣ ਗਿਆ। ਸੋ ਪ੍ਰਭੂ ਦੇ ਭੈਣੋ, ਇਸ ਤਰ੍ਹਾਂ ਪਰਮੇਸ਼ਰ ਦਾ ਵਚਨ ਦੱਸਦਾ ਹੈਗਾ ਆ, ਤੇ ਇੱਕ ਵਾਰ ਹੋਰ ਰਹਿੰਦਾ ਹੈਗਾ, ਆਪਾਂ ਉਹ ਵੀ ਦੇਖ ਲਾਂਗੇ ਚੜਦੇ ਨੇ। ਜੀ ਹਾਂ। ਇਸ ਨਾਲ ਨਦੀ ਵਿਚਲੀਆਂ ਸਭ ਮੱਛੀਆਂ ਮਰ ਗਈਆਂ ਅਤੇ ਪਾਣੀ ਵਿੱਚੋਂ ਗੰਦੀ ਬੂ ਆਉਣ ਲੱਗੀ। ਮਿਸਰੀ ਉਸ ਦਾ ਪਾਣੀ ਨਹੀਂ ਪੀ ਸਕਦੇ ਸਨ। ਸਾਰੇ ਮਿਸਰ ਦੇ ਪਾਣੀ ਲਹੂ ਬਣ ਗਏ। ਵਾਓ! ਹੁਣ ਤੁਸੀਂ ਸੋਚੋ ਪ੍ਰਭੂ ਦੇ ਭੈਣੋ, ਉੱਥੇ ਤਾਂ ਸਿਰਫ ਮਿਸਰ ਦੇ ਪਾਣੀਆਂ ਦੀ ਗੱਲਾਂ ਹੋ ਰਹੀ ਆ, ਲੇਕਿਨ ਇੱਥੇ ਪ੍ਰਭੂ ਦੇ ਭੈਣੋ ਸਾਰੇ ਕਹਿ ਲਓ ਕਿ ਦੁਨੀਆ ਦਾ ਜਿਹੜਾ ਪਾਣੀ ਹੈਗਾ ਆ, ਜਿਹਦੇ ਵਿੱਚ ਇਹ ਐਟਮ ਬੰਬ ਫਟੇਗਾ। ਵਚਨ ਕਹਿੰਦਾ ਕਿ ਤੀਸਰਾ ਹਿੱਸਾ ਮੱਛੀਆਂ ਦਾ, ਤੀਸਰਾ ਹਿੱਸਾ ਜੰਤੂਆਂ ਦਾ ਮਰ ਜਾਵੇਗਾ। ਜਾਣੀ ਕਿ ਪਾਣੀ ਦੇ ਵਿੱਚ ਜਦੋਂ ਇਹ ਪਹਾੜ ਫਟੇਗਾ, ਵਚਨ ਆਖਦਾ ਹੈ ਕਿ ਪਾਣੀ ਦਾ ਰੰਗ ਲਾਲ ਲਹੂ ਵਾਂਗੂ ਹੋ ਜਾਵੇਗਾ। ਹੁਣ ਸੋਚੋ ਤੁਸੀਂ ਆਪੇ, ਜੇ ਸਾਰਾ ਸਮੁੰਦਰ ਦਾ ਰੰਗ ਲਾਲ ਹੋ ਗਿਆ ਤਾਂ ਮਤਲਬ ਸਾਰਾ ਸਮੁੰਦਰ ਕੰਟੈਮੀਨੇਟ ਹੋ ਜਾਵੇਗਾ ਪ੍ਰਭੂ ਦੇ ਭੈਣੋ। ਸੋ ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਇਹ ਜਦੋਂ ਦੂਸਰਾ ਬਿਗਲ ਵੱਜਿਆ, ਉਦੋਂ ਇਹ ਪਹਾੜ ਜਿਹੜਾ ਸੀਗਾ ਪਾਣੀ ਦੇ ਵਿੱਚ ਆ ਕੇ ਫਟਿਆ ਤੇ ਸਾਰੇ ਸਮੁੰਦਰ ਦਾ ਰੰਗ ਜਿਹੜਾ ਹੈਗਾ ਆ ਉਹ ਲਾਲ ਹੋਇਆ। ਸੋ ਇਹ ਤੋਂ ਬਾਅਦ ਆਪਾਂ ਤੀਸਰੇ ਬਿਗਲ ਵੱਲ ਵਧਾਂਗੇ। ਤੀਸਰੇ ਬਿਗਲ ਵੱਜ ਰਿਹਾ ਹੈਗਾ ਆ ਰੈਵਲੇਸ਼ਨ ਚੈਪਟਰ 8 ਦੇ ਵਿੱਚ ਵਰਸ 10 ਐਂਡ ਵਰਸ 11 ਦੇ ਵਿੱਚ ਦੇਖਾਂਗੇ ਆਪਾਂ। ਜੀ ਹਾਂ, ਰੈਵਲੇਸ਼ਨ ਚੈਪਟਰ 8 ਵਰਸ 10 ਐਂਡ ਵਰਸ 11 ਦੇ ਵਿੱਚ ਤੀਸਰਾ ਦੂਤ ਆ ਕੇ ਤੁਰੀ ਨੂੰ ਫੜ ਕੇ ਤੇ ਤੁਰੀ ਵਜਾ ਦਿੰਦਾ ਆ। ਤਾਂ ਕੀ ਹੁੰਦਾ ਹੈ ਧਰਤੀ ਤੇ ਦੇਖਾਂਗੇ। ਤੀਜੇ ਸਵਰਗਦੂਤ ਨੇ ਬਿਗਲ ਵਜਾਇਆ ਤਾਂ ਮਿਸਾਲ ਦੀ ਤਰ੍ਹਾਂ ਬਲਦਾ ਹੋਇਆ ਇੱਕ ਵੱਡਾ ਤਾਰਾ ਆਕਾਸ਼ ਤੋਂ ਟੁੱਟ ਕੇ ਨਦੀਆਂ ਅਤੇ ਚਸ਼ਮਿਆਂ ਦੇ ਤੀਜੇ ਹਿੱਸੇ ਤੇ ਜਾ ਡਿੱਗਾ। ਇੱਥੇ ਕਲੀਅਰਲੀ ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਤਾਰਾ, ਹੁਣ ਇੱਥੇ ਪਹਾੜ ਨਹੀਂ ਦੱਸਿਆ ਗਿਆ। ਪਹਿਲਾਂ ਤਾਰਾ ਨਹੀਂ ਹੋ ਸਕਦਾ, ਪਹਿਲਾਂ ਪਹਾੜ ਹੀ ਸੀਗਾ, ਯਾਨੀ ਕਿ ਐਟਮ ਬੰਬ ਵਾਂਗੂ। ਲੇਕਿਨ ਇੱਥੇ ਮੈਟਿਓਰ ਯਾਨੀ ਕਿ ਇੱਕ ਤਾਰਾ ਟੁੱਟ ਕੇ ਸਵਰਗ ਦੇ ਵਿੱਚੋਂ ਡਿੱਗਦਾ ਹੈਗਾ ਆ। ਦੁਬਾਰਾ ਆਪਾਂ ਦੇਖਾਂਗੇ। ਤੀਜੇ ਸਵਰਗਦੂਤ ਨੇ ਬਿਗਲ ਵਜਾਇਆ ਤਾਂ ਮਿਸਾਲ ਦੀ ਤਰ੍ਹਾਂ ਬਲਦਾ ਹੋਇਆ ਇੱਕ ਵੱਡਾ ਤਾਰਾ ਆਕਾਸ਼ ਤੋਂ ਟੁੱਟ ਕੇ ਨਦੀਆਂ ਅਤੇ ਚਸ਼ਮਿਆਂ ਦੇ ਤੀਜੇ ਹਿੱਸੇ ਤੇ ਜਾ ਡਿੱਗਿਆ। ਇਸ ਤਾਰੇ ਦਾ ਨਾਂ ਕੌੜਾਪਣ ਅਰਥਾਤ ਨਾਗਦੌਣਾ ਹੈ। ਇਸ ਦੇ ਡਿੱਗਣ ਨਾਲ ਤੁਸੀਂ ਯਾਦ ਰੱਖੋ, ਜਿਹੜਾ ਆਪਾਂ ਪੜ੍ਹ ਕੇ ਗਏ ਹੈਗੇ ਆ ਪਿੱਛੇ ਵੀ ਐਕਸੋਡਸ ਦੇ ਵਿੱਚ ਜੋ ਹੋਇਆ ਸੀਗਾ ਕਿ ਪਰਮੇਸ਼ਰ ਨੇ ਮੂਸਾ ਨੂੰ ਆਖਿਆ ਸੀ, ਮੂਸਾ ਨੇ ਆਰੋਨ ਨੂੰ ਕਿਹਾ ਸੀਗਾ ਕਿ ਆਪਣਾ ਹੱਥ ਚੁੱਕ ਕੇ ਆਪਣੀ ਸੋਟੀ ਦੇ ਨਾਲ ਤੂੰ ਨੀਲ ਪਾਣੀ ਤੇ ਮਾਰ। ਤੇ ਫਿਰ ਉਹਨੇ ਕਿਹਾ ਸੀਗਾ ਵੀ ਤੂੰ ਦਰਿਆਵਾਂ ਤੇ ਵੀ ਤੇ ਤਲਾਬਿਆਂ ਦੇ ਵਿੱਚ ਵੀ ਮਾਰ। ਇੱਥੋਂ ਤੱਕ ਕਿ ਜੇ ਕਿਸੇ ਨੇ ਆਪਣੇ ਘਰ ਦੇ ਵਿੱਚ ਪਾਣੀ ਕਿਸੇ ਭਾਂਡੇ 'ਚ ਪਾਇਆ ਸੀ, ਉਹ ਵੀ ਰੰਗ ਬਦਲ ਗਿਆ ਸੀਗਾ। ਸੋ ਜਾਣੀ ਕਿ ਪਹਿਲਾਂ ਆਪਾਂ ਦੇਖਿਆ ਸਮੁੰਦਰ ਦੇ ਵਿੱਚ ਕੰਮ ਹੋਇਆ, ਇਹ ਪਾਣੀ ਜਿਹੜੇ ਨੇ ਲਾਲ ਹੋ ਗਏ, ਲੇਕਿਨ ਹੁਣ ਆਪਾਂ ਦੇਖਾਂਗੇ ਜਿਹੜੇ ਬਹਿੰਦੇ ਦਰਿਆ ਨੇ ਉਹਨਾਂ ਦੇ ਵਿੱਚ ਵੀ ਇਹ ਕੰਮ ਹੋਇਆ।
ਪਾਣੀ ਦਾ, ਯਾਨੀ ਕਿ ਪਾਣੀ ਜਿਹੜੇ ਹੈਗੇ ਨੇ ਉਹ ਕੰਟੈਮੀਨੇਟ ਹੋ ਗਏ ਨੇ। ਇਹ ਜਿਹੜਾ ਤਾਰਾ ਫਾਲਿੰਗ ਸਟਾਰ ਜਿਹੜਾ ਉੱਪਰੋਂ ਆ ਕੇ ਡਿੱਗਦਾ ਆ, ਇਹ ਬਹੁਤ ਹੀ ਜ਼ਹਿਰੀਲਾ ਤਾਰਾ ਹੋਵੇਗਾ। ਇੱਥੋਂ ਤੱਕ ਕਿ ਪੰਜਾਬੀ ਦੇ ਵਿੱਚ ਉਹਦੇ ਨਾਮ ਦੇ ਵਿੱਚ ਕੁਝ ਨਾਗ ਕਰਕੇ ਵੀ ਲਿਖਿਆ ਜਾਂਦਾ ਆ। ਪੜਾਂਗੇ ਆਪਾਂ ਲਾਸਟ ਵਰਸ ਇੱਕ ਵਾਰ ਫਿਰ। ਇਸ ਤਾਰੇ ਦਾ ਨਾਂ ਕੌੜਾਪਣ ਅਰਥਾਤ ਨਾਗਦੌਣਾ। ਕੌੜਾਪਣ ਤੇ ਨਾਗਦੌਣਾ, ਯਾਨੀ ਕਿ ਪਾਣੀ ਸਾਰੇ ਕੋੜੇ ਹੋ ਜਾਣਗੇ। ਸੋ ਪ੍ਰਭੂ ਦੇ ਮੈਨੂੰ ਹੁਣ ਸਮਾਂ ਆ, ਜਿੰਨਾ ਪਾਣੀ ਪੀਣਾ ਪੀ ਲਓ ਤੁਸੀਂ, ਕਿਉਂਕਿ ਬਾਅਦ ਦੇ ਵਿੱਚ ਕਹਿ ਲਓ ਕਿ ਆਪਾਂ ਸਾਰੇ ਤਾਂ ਇੱਥੇ ਹੋਵਾਂਗੇ ਨਹੀਂ। ਪ੍ਰਭੂ ਦਾ ਧੰਨਵਾਦ ਕਰਦੇ ਹਾਂ, ਆਪਾਂ ਸਵਰਗ ਦੇ ਵਿੱਚ ਹੋਵਾਂਗੇ, ਪਰਮੇਸ਼ਰ ਦੇ ਹਜ਼ੂਰੀ ਦੇ ਅੱਗੇ ਹੋਵਾਂਗੇ ਪ੍ਰਭੂ ਦੇ ਭੈਣੋ। ਲੇਕਿਨ ਪ੍ਰਭੂ ਦੇ ਭੈਣੋ, ਇਸ ਧਰਤੀ ਦੇ ਉੱਤੇ ਪਾਣੀ ਪੀਣ ਨੂੰ ਨਹੀਂ ਮਿਲੇਗਾ, ਖਾਣਾ ਖਾਣ ਨੂੰ ਨਹੀਂ ਮਿਲੇਗਾ। ਸੋਚੋ ਪ੍ਰਭੂ ਦੇ ਭੈਣੋ, ਯਾਨੀ ਕਿ ਸਾਰੇ ਜਿਹੜੇ ਦਰਿਆ ਨੇ ਉਹਨਾਂ ਦੇ ਪਾਣੀ ਜਿਹੜੇ ਨੇ ਜ਼ਹਿਰੀਲੇ ਹੋ ਜਾਣਗੇ। ਦੇਖੋ ਅੱਗੇ ਪੜਾਂਗੇ ਵਚਨ 'ਚ। ਇਸ ਦੇ ਡਿੱਗਣ ਨਾਲ ਪਾਣੀਆਂ ਦਾ ਤੀਜਾ ਹਿੱਸਾ ਕੌੜਾ ਹੋ ਗਿਆ ਅਤੇ ਇਸ ਦੇ ਕੌੜੇਪਣ ਕਾਰਨ ਬਹੁਤ ਸਾਰੇ ਲੋਕੀ ਮਰ ਗਏ, ਕਿਉਂਕਿ ਇਸ ਨੇ ਪਾਣੀ ਨੂੰ ਕੌੜਾ ਕਰ ਦਿੱਤਾ ਸੀ। ਪਾਣੀ ਨੂੰ ਕੌੜੇ ਕਰਨ ਦੇ ਨਾਲ ਕੌੜਾ ਪਾਣੀ ਪੀ ਕੇ ਮਰਦਾ ਨਹੀਂ ਹੈ, ਲੇਕਿਨ ਪਾਣੀ ਜ਼ਹਿਰੀਲੇ ਹੋ ਗਏ ਸੀਗੇ। ਹੁਣ ਸੋਚੋ ਆਪੇ ਤੁਸੀਂ, ਪਾਣੀ ਜ਼ਹਿਰੀਲੇ ਹੋ ਗਏ, ਲੋਕ ਪਾਣੀ ਪੀਂਦੇ ਨੇ ਮਰ ਜਾਂਦੇ ਨੇ, ਜਾਨਵਰ ਪਾਣੀ ਪੀਂਦੇ ਨੇ ਮਰ ਜਾਂਦੇ ਨੇ, ਤੇ ਪਾਣੀ ਪੀ ਕੇ ਯਾਨੀ ਕਿ ਤੀਸਰਾ ਹਿੱਸਾ ਇਹਨਾਂ ਦਰਿਆਵਾਂ ਦਾ ਖਤਮ ਹੋ ਗਿਆ ਸੀਗਾ, ਤੇ ਉਹਦੇ ਨਾਲ ਕਿੰਨੇ ਲੋਕ ਮਰਨਗੇ ਸੋਚੋ ਤੁਸੀਂ ਆਪੇ। ਸੋ ਪ੍ਰਭੂ ਦੇ ਭੈਣੋ, ਕਹਿ ਲਓ ਕਿ ਇਹਨਾਂ ਸਮਿਆਂ ਦੇ ਵਿੱਚ ਇੱਕ ਇਹ ਜਿਹੜੀ ਵਾਇਰਸ ਆਈ ਹੋਈ ਆ ਦੁਨੀਆ ਦੇ ਉੱਤੇ, ਉਹਦੇ ਨਾਲ ਹੀ ਲੋਕਾਂ ਦਾ ਬੁਰਾ ਹਾਲ ਹੋਇਆ ਹੋਇਆ। ਸੋਚੋ ਤੁਸੀਂ ਉਹਨਾਂ 7 ਸਾਲਾਂ ਦੇ ਵਿੱਚ ਕੀ ਕੁਛ ਹੋਣ ਜਾ ਰਿਹਾ ਆ, ਤੇ ਕਿੰਨੇ ਪਰੇਸ਼ਾਨ ਹੋਣਗੇ ਦੁਨੀਆ ਵਾਲੇ। ਤਾਂ ਹੀ ਪ੍ਰਭੂ ਦੇ ਭੈਣੋ, ਹੁਣ ਮੌਕਾ ਆ ਕਿ ਆਪਾਂ ਪ੍ਰਭੂ ਯਿਸੂ ਮਸੀਹ ਜੀ ਨੂੰ ਪੂਰੇ ਦਿਲ ਦੇ ਨਾਲ ਫੜ ਲਈਏ। ਹੁਣ ਮੌਕਾ ਆ ਤਾਂ ਕਿ ਆਪਾਂ ਬਚ ਜਾਈਏ ਉਹਨਾਂ ਬਿਪਤਾਵਾਂ ਤੋਂ ਜਿਹੜੀਆਂ ਇਸ ਧਰਤੀ ਦੇ ਉੱਤੇ ਆਉਣੀਆਂ ਹੈਗੀਆਂ ਨੇ। ਆਮੀਨ। ਦੇਖੋ ਪਰਮੇਸ਼ਰ ਦੇ ਵਚਨ ਦੇਖਾਂਗੇ, ਜਰਮਾਇਆ ਦੀ ਕਿਤਾਬ ਦੇ ਵਿੱਚ 9ਵੇਂ ਚੈਪਟਰ ਦੇ ਵਿੱਚ ਜਰਮਾਇਆ ਆਪਣੀ ਕਿਤਾਬ ਦੇ ਵਿੱਚ ਭਵਿੱਖਬਾਣੀ ਕਰਦਾ ਹੈ ਤੇ ਬੋਲਦਾ ਹੈ ਤੇ ਦੱਸਦਾ ਆ ਇਹਨਾਂ ਸਮਿਆਂ ਦੇ ਬਾਰੇ, ਵੀ ਜਦੋਂ ਇੱਦਾਂ ਦੇ ਸਮੇਂ ਆਉਣਗੇ ਤੇ ਪ੍ਰੋਫੈਟਿਕਲੀ ਉਹ ਦੱਸਦਾ ਆ। ਮੈਂ ਸੋਚਦਾ ਹੈਗਾ ਕਿ ਜ਼ਰੂਰੀ ਹੈ ਕਿ ਆਪਾਂ ਇਹਨੂੰ ਪੜ੍ਹ ਸਕੀਏ। ਜਰਮਾਇਆ ਚੈਪਟਰ 9 ਦੇਖਾਂਗੇ ਤੇ ਵਰਸ 13, 14, 15 3 ਵਰਸ ਦੇ ਪੜਾਂਗੇ ਆਪਾਂ, ਜਿਹਦੇ ਵਿੱਚ ਪਰਮੇਸ਼ਰ ਦਾ ਵਚਨ ਕੁਝ ਬਿਆਨ ਆਪਾਂ ਨੂੰ ਕਰ ਰਿਹਾ ਹੈ। ਜੀ ਹਾਂ। ਪ੍ਰਭੂ ਨੇ ਉੱਤਰ ਦਿੱਤਾ, ਇਸ ਸਭ ਦੇ ਹੋਣ ਦਾ ਕਾਰਨ ਇਹ ਹੈ, ਉਹਨਾਂ ਨੇ ਮੇਰੀਆਂ ਸਿੱਖਿਆਵਾਂ ਨੂੰ ਤਿਆਗ ਦਿੱਤਾ ਹੈ ਜੋ ਮੈਂ ਉਹਨਾਂ ਨੂੰ ਦਿੱਤੀਆਂ ਸਨ। ਉਹਨਾਂ ਨੇ ਮੇਰੀ ਆਗਿਆ ਨਹੀਂ ਮੰਨੀ ਅਤੇ ਨਾ ਹੀ ਮੇਰਾ ਕਿਹਾ ਮੰਨਿਆ, ਸਗੋਂ ਉਹ ਜਿੱਦੀ ਹੀ ਬਣੇ ਰਹੇ ਅਤੇ ਉਹਨਾਂ ਨੇ ਆਪਣੇ ਪੁਰਖਿਆਂ ਦੀ ਸਿੱਖਿਆ ਅਨੁਸਾਰ ਬਾਲ ਦੇ ਬੁੱਤਾਂ ਦੀ ਪੂਜਾ ਕੀਤੀ। ਇਸ ਲਈ ਤੂੰ ਹੋ ਸੁਣ, ਜੋ ਮੈਂ ਇਜ਼ਰਾਈਲ ਦਾ ਸਰਵ ਸ਼ਕਤੀਮਾਨ ਪਰਮੇਸ਼ਰ ਕਰਾਂਗਾ। ਮੈਂ ਆਪਣੇ ਲੋਕਾਂ ਨੂੰ ਕੌੜੇ ਪੌਦੇ ਖਾਣ ਲਈ ਅਤੇ ਪੀਣ ਲਈ ਜ਼ਹਿਰ ਦੇਵਾਂਗਾ। ਉਸ ਸਮੇਂ ਇਜ਼ਰਾਈਲ ਇਸ ਧਰਤੀ ਤੇ ਹੋਵੇਗਾ, ਇਜ਼ਰਾਈਲ ਕੋੜੇ ਪੌਦੇ ਖਾਵੇਗਾ, ਕਿਉਂਕਿ ਉਹ ਪਾਣੀ ਨਹੀਂ ਜਿਹੜਾ ਪੌਦਿਆਂ ਤੱਕ ਪਹੁੰਚੇਗਾ, ਉਹ ਪੌਦੇ ਵੀ ਕੋੜੇ ਹੋ ਜਾਣਗੇ ਤੇ ਪੀਣ ਨੂੰ ਜ਼ਹਿਰ ਦੇਵੇਗਾ, ਯਾਨੀ ਕਿ ਪਾਣੀ ਜਿਹੜੇ ਨੇ ਉਹ ਜ਼ਹਿਰੀਲੇ ਹੋਣਗੇ। ਹੁਣ ਸੋਚੋ ਤੁਸੀਂ ਪ੍ਰਭੂ ਦੇ ਭੈਣੋ, ਪਰਮੇਸ਼ਰ ਕਿਉਂ ਕਰ ਰਿਹਾ? ਐਸ ਕਰਕੇ ਕਰ ਰਿਹਾ ਆ, ਐਸ ਪਾਪ ਕਰਕੇ ਕਰ ਰਿਹਾ ਹੈ। ਹੁਣ ਸੋਚੋ ਤੁਸੀਂ ਆਪੇ ਪ੍ਰਭੂ ਦੇ ਭੈਣੋ, ਆਪਾਂ ਪੜ੍ਹ ਕੇ ਗਏ ਹਾਂ ਪਿੱਛੇ, ਪਹਿਲੀ ਮੋਰ ਖੋਲ ਕੇ ਗਏ ਹਾਂ, ਦੂਸਰੀ ਮੋਰ ਖੁੱਲੀ, ਤੀਜੀ ਖੁੱਲੀ, ਚੌਥੀ ਖੁੱਲੀ, ਪੰਜਵੀਂ ਖੁੱਲੀ, 6ਵੀਂ ਖੁੱਲੀ ਤੇ ਹੁਣ 7ਵੀਂ ਖੁੱਲ ਗਈ ਹੈ। ਤੇਰੇ ਵਿੱਚ ਪਹਿਲਾ ਬਿਗਲ ਵੱਜਿਆ, ਦੂਜਾ ਬਿਗਲ ਵੱਜਿਆ ਤੇ ਆਪਾਂ ਤੀਸਰੇ ਬਿਗਲ ਦੇ ਵਿੱਚ ਹੈਗੇ ਆ। ਲੇਕਿਨ ਤੁਸੀਂ ਸੋਚੋ, ਇਹ ਜਿੰਨੇ ਬਿਗਲ ਵੱਜੇ ਨੇ, ਇਹ ਜਿੰਨੀਆਂ ਮੋਹਰਾਂ ਖੋਲੀਆਂ, ਕਦੇ ਇੱਕ ਵਾਰ ਵੀ ਤੁਸੀਂ ਸੁਣਿਆ ਕਿਸੇ ਨੂੰ? ਤੇ ਧਰਤੀ ਵਾਸੀ ਚਿੱਲਾ ਉੱਠੇ ਤੇ ਧਰਤੀ ਵਾਸੀ ਨੇ ਕਿਹਾ ਕਿ ਉਹ ਸੱਚੇ ਪਰਮਾਤਮਾ ਸਾਨੂੰ ਮਾਫ ਕਰ ਦੇ, ਅਸੀਂ ਪਾਪੀ ਇਨਸਾਨ ਆ, ਅਸੀਂ ਬਹੁਤ ਵੱਡੀ ਗਲਤੀ ਕਰ ਲਈ, ਅਸੀਂ ਬੁੱਤ ਪ੍ਰਸਤਿਸ਼ ਕਰਦੇ ਰਹੇ, ਅਸੀਂ ਤੈਨੂੰ ਜਾਣਿਆ ਨਹੀਂ, ਤੇਰਾ ਨਾਮ ਸੁਣ ਕੇ ਵੀ ਅਸੀਂ ਨਾ ਸੁਣਿਆ ਕਰ ਦਿੱਤਾ, ਅਸੀਂ ਤੇਰੇ ਲੋਕਾਂ ਦੇ ਨਾਲ ਗਲਤ ਵਿਵਹਾਰ ਕੀਤਾ, ਐਕਸੈਟਰਾ ਐਕਸੈਟਰਾ। ਕਦੇ ਸੁਣਿਆ ਤੁਸੀਂ ਬਾਈਬਲ ਵਿੱਚ ਲਿਖਿਆ ਹੋਇਆ ਹੋਵੇ? ਤੇ ਉਹਨਾਂ ਨੇ ਤੌਬਾ ਕੀਤੀ, ਪਹਿਲੀ ਮੋਰ ਖੁੱਲੀ ਤੇ ਆਹ ਹੋਇਆ, ਐਂਟੀ ਕ੍ਰਾਈਸਟ ਆਇਆ ਤੇ ਫਿਰ ਲੜਾਈ ਲੱਗ ਪਈ, ਕਿੰਨੇ ਲੋਕ ਮਾਰੇ ਗਏ, ਫਿਰ ਲੋਕਾਂ ਨੇ ਤੌਬਾ ਕੀਤੀ। ਤੁਸੀਂ ਸੁਣਿਆ? ਕਿਤੇ ਨਹੀਂ ਲਿਖਿਆ ਹੋਇਆ, ਕਿਤੇ ਨਹੀਂ ਲਿਖਿਆ ਹੋਇਆ। ਕੱਲ੍ਹ ਦੀਆਂ ਗੱਲਾਂ ਛੱਡੋ, ਅੱਜ ਦੀ ਗੱਲ ਦੇਖ ਲਓ, ਕਿੰਨੀ ਜ਼ਿਆਦਾ ਕਰੋਨਾ ਵਾਇਰਸ ਜਿਹੜੀ ਆ ਉਹ ਲੋਕਾਂ ਦਾ ਬੁਰਾ ਹਾਲ ਕੀਤਾ ਜਾ ਰਿਹਾ ਆ। ਕਦੇ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਾਂ ਪ੍ਰੈਜ਼ੀਡੈਂਟ ਨੇ ਜਾਂ ਰਾਜੇ ਨੇ ਕਿਹਾ ਵੀ ਵਾਕਈ ਆਓ ਸਾਰੇ ਗੁੱਡੀਆਂ ਲਾ ਲਈਏ ਸੱਚੇ ਪਰਮਾਤਮਾ ਤੋਂ ਅੱਗੇ ਤੇ ਆਪਣੇ ਪਾਪਾਂ ਤੋਂ ਮਾਫੀ ਮੰਗੀਏ? ਹੋ ਸਕਦਾ ਹੈ ਕਿ ਰੱਬ ਵੱਲੋਂ ਕੋਈ ਇੱਕ ਕਰਸ ਆਇਆ ਹੋਵੇ ਇਹ ਸਾਡੇ ਪਾਪਾਂ ਦੇ ਕਾਰਨ, ਕਿ ਪਰਮੇਸ਼ਰ ਸਾਡੇ ਦੇਸ਼ਾਂ ਨੂੰ ਬਚਾਵੇ, ਪਰਮੇਸ਼ਰ ਸਾਡੇ ਲੋਕਾਂ ਨੂੰ ਬਚਾਏ। ਸੁਣਿਆ ਤੁਸੀਂ ਕਦੇ ਨਿਊਜ਼ ਦੇ ਵਿੱਚ? ਨਹੀਂ, ਕਦੇ ਨਹੀਂ। ਕਿਸੇ ਦੇਸ਼ ਨੇ ਨਹੀਂ, ਕਿਸੇ ਪ੍ਰੈਜ਼ੀਡੈਂਟ ਨੇ ਨਹੀਂ, ਕਿਸੇ ਪ੍ਰਾਈਮ ਮਿਨਿਸਟਰ ਨੇ ਨਹੀਂ, ਕਿਸੇ ਨੇ ਨਹੀਂ ਕਿਹਾ ਵੀ ਹੋ ਸਕਦਾ ਹੈ ਕਿ ਇਹ ਹੋਇਆ। ਹਾਂ, ਲੇਕਿਨ ਆਪਾਂ ਨੂੰ ਪਤਾ ਕਿ ਹਾਂ ਕੁਛ ਵਿਸ਼ਵਾਸੀ ਲੀਡਰਸ ਹੈਗੇ ਨੇ ਜਿਹੜੇ ਗੱਲਾਂ ਕਰਦੇ ਨੇ, ਇਹਦੀਆਂ ਪ੍ਰੇਰਾਂ ਹੋ ਰਹੀਆਂ ਨੇ, ਪਰਮੇਸ਼ਰ ਦਾ ਵਚਨ ਦੱਸਿਆ ਜਾ ਰਿਹਾ ਆ, ਤੌਬਾ ਕਰ ਰਹੇ ਨੇ
ਲੇਕਿਨ ਜ਼ਰੂਰੀ ਹੈ ਪ੍ਰਭੂ ਦੇ ਭੈਣ ਨੀਨੀਵੇਸ ਮੰਗੂ ਜਿਸ ਤਰ੍ਹਾਂ ਸਾਰੇ ਨੀਨੀਵੇਸ ਨੇ ਗੋਡੀਆਂ ਲਾ ਕੇ ਸੱਚੇ ਪਰਮਾਤਮਾ ਦੇ ਅੱਗੇ ਤੌਬਾ ਕੀਤੀ ਸੀ। ਜ਼ਰੂਰੀ ਹੈ ਕਿ ਸਾਰੇ ਦੇਸ਼ ਜਿਹੜੇ ਹੈਗੇ ਨੇ ਉਹਨਾਂ ਦੇ ਪ੍ਰਧਾਨ ਮੰਤਰੀ ਜਾਂ ਉਹਨਾਂ ਦੇ ਪ੍ਰੈਜ਼ੀਡੈਂਟਸ ਜਾਂ ਲੀਡਰਸ ਹੈਗੇ ਨੇ ਗੋਡੀਆਂ ਲਾ ਕੇ ਪਰਮੇਸ਼ਰ ਦੇ ਅੱਗੇ ਤੌਬਾ ਕਰਨ ਤੇ ਪ੍ਰਭੂ ਨੂੰ ਕਹਿਣ ਪ੍ਰਭੂ ਸਾਡੇ ਪਾਪ ਸਾਨੂੰ ਮਾਫ ਕਰ ਦੇ ਤੇ ਸਾਨੂੰ ਇਸ ਬਿਪਤਾ ਤੋਂ ਬਖਸ਼ ਦੇ। ਅੱਜ ਹੀ ਨਜ਼ਰ ਨਹੀਂ ਆ ਰਿਹਾ। ਤੁਸੀਂ ਸੋਚੋ ਐਡੀਆਂ ਵੱਡੀਆਂ ਬਿਪਤਾਵਾਂ ਆ ਰਹੀਆਂ ਨੇ ਕੱਲ ਲੋਕਾਂ ਤੇ ਫਿਰ ਵੀ ਤੌਬਾ ਨਜ਼ਰ ਨਹੀਂ ਆ ਰਹੀ। ਇਹਦਾ ਇੱਕ ਕਾਰਨ ਵੀ ਹੋ ਸਕਦਾ ਹੈ ਪ੍ਰਭੂ ਦੇ ਭੈਣੋ ਕਿਉਂਕਿ ਤੌਬਾ ਕਰਨ ਦੇ ਵਾਸਤੇ ਪਵਿੱਤਰ ਆਤਮਾ ਦਾ ਛੂਣਾ ਬਹੁਤ ਜ਼ਰੂਰੀ ਹੈ। ਉਸ ਸਮੇਂ ਪਵਿੱਤਰ ਆਤਮਾ ਜਿਸ ਤਰ੍ਹਾਂ ਧਰਤੀ ਤੇ ਕੰਮ ਕਰ ਰਿਹਾ ਹੋਵੇਗਾ ਉਹ ਉਸ ਤਰ੍ਹਾਂ ਕਰ ਰਿਹਾ ਹੋਵੇਗਾ ਜਿਸ ਤਰ੍ਹਾਂ ਪੁਰਾਣੇ ਨਿਯਮ ਦੇ ਵਿੱਚ ਕਰ ਰਿਹਾ ਸੀ। ਆਮੇਨ। ਪੁਰਾਣੇ ਨਿਯਮ ਦੇ ਵਿੱਚ ਪਵਿੱਤਰ ਆਤਮਾ ਕੰਮ ਕਰ ਰਿਹਾ ਸੀ। ਹਾਂ ਕਰ ਰਿਹਾ ਸੀ। ਦਾਊਦ ਦੀ ਜ਼ਿੰਦਗੀ 'ਚ ਕੰਮ ਕੀਤਾ, ਦਾਊਦ ਥਾਈਂ ਦੀ ਕੰਮ ਕੀਤਾ, ਇਬਰਾਹਿਮ ਥਾਈਂ ਦੀ ਕੰਮ ਕੀਤਾ, ਇਲਾਈਆ ਥਾਈਂ ਦੀ ਕੰਮ ਕੀਤਾ, ਇਲਾਸ਼ਾ ਥਾਈਂ ਦੀ ਕੰਮ ਕੀਤਾ, ਮੂਸਾ ਥਾਈਂ ਦੀ ਕੰਮ ਕੀਤਾ ਲੇਕਿਨ ਓਲਡ ਟੈਸਟਾਮੈਂਟ ਦੇ ਮੁਤਾਬਿਕ ਸੀਗਾ। ਸਾਰੀ ਦੁਨੀਆ ਤੇ ਪਵਿੱਤਰ ਆਤਮਾ ਨਹੀਂ ਛਾਇਆ ਹੋਇਆ ਸੀਗਾ। ਪੁਰਾਣੇ ਨਵੇਂ ਨਿਯਮ ਦੇ ਵਿੱਚ ਪੈਂਟੀਕੋਸਟ ਵਾਲੇ ਦਿਨ ਪਵਿੱਤਰ ਆਤਮਾ ਦਾ ਆਉਣਾ ਹੋਇਆ ਸ਼ਕਤੀ ਦੇ ਨਾਲ। ਆਮੇਨ। ਹੁਣ ਤੁਸੀਂ ਸੋਚੋ ਮੈਨੂੰ ਦੱਸੋ ਤੁਸੀਂ ਪ੍ਰਭੂ ਦੇ ਭਰਾਓ ਹੈ ਕੋਈ ਐਸੀ ਜਗ੍ਹਾ ਜਿੱਥੇ ਹਵਾ ਨਾ ਹੋਵੇ? ਹੈ ਕੋਈ ਇੱਥੇ ਐਸੀ ਜਗ੍ਹਾ ਜਿੱਥੇ ਹਵਾ ਨਾ ਹੋਵੇ? ਕੋਈ ਐਸੀ ਜਗ੍ਹਾ ਨਹੀਂ ਜਿੱਥੇ ਹਵਾ ਨਹੀਂ। ਸਾਰੇ ਥਾਂ ਤੇ ਹਵਾ ਹੈ। ਆਪਾਂ ਸਾਹ ਲੈਂਦੇ ਹਾਂ। ਆਮੇਨ। ਲੇਕਿਨ ਸਾਰੇ ਥਾਂ ਤੇ ਹਵਾ ਵਗਦੀ ਨਹੀਂ। ਹਵਾ ਜਦੋਂ ਵਗਦੀ ਆ ਉਦੋਂ ਪਤਾ ਲੱਗਦਾ ਵੀ ਹੈ ਹਵਾ ਕਿਵੇਂ ਸੋਹਣੀ ਹਵਾ ਵਗ ਰਹੀ ਹੈ। ਹਵਾ ਵਗਣਾ ਇੱਕ ਗੱਲ ਆ, ਹਵਾ ਦਾ ਹੋਣਾ ਇੱਕ ਗੱਲ ਆ। ਉਸੇ ਤਰ੍ਹਾਂ ਪਵਿੱਤਰ ਆਤਮਾ ਦਾ ਹੋਣਾ ਇੱਕ ਗੱਲ ਆ ਲੇਕਿਨ ਪਵਿੱਤਰ ਆਤਮਾ ਦਾ ਵਗਣਾ ਇੱਕ ਗੱਲ ਆ। ਪੁਰਾਣੇ ਨਿਯਮ ਦੇ ਵਿੱਚ ਪਵਿੱਤਰ ਆਤਮਾ ਸੀ ਲੇਕਿਨ ਨਵੇਂ ਨਿਯਮ ਦੇ ਵਿੱਚ ਪਵਿੱਤਰ ਆਤਮਾ ਦਾ ਵਗਣਾ ਸੀ। ਪਵਿੱਤਰ ਆਤਮਾ ਦਾ ਪੈਂਟੀਕੋਸਟ ਜਦੋਂ ਪਵਿੱਤਰ ਆਤਮਾ ਇੱਕ ਰਸ਼ਿੰਗ ਵਿੰਡ ਬਣ ਕੇ ਇਸ ਧਰਤੀ ਤੇ ਆਉਂਦਾ ਆ, ਇੱਕ ਸ਼ਕਤੀਸ਼ਾਲੀ ਹਵਾ ਬਣ ਕੇ ਇਸ ਧਰਤੀ ਤੇ ਆਉਂਦਾ ਤਾਂ ਸਾਨੂੰ ਸਾਰਿਆਂ ਨੂੰ ਭਰ ਦਿੰਦਾ ਆ ਪ੍ਰਭੂ ਦੇ ਭਰਾਓ। ਲੇਕਿਨ ਉਹ ਪੈਂਟੀਕੋਸਟ ਵਾਲਾ ਪਵਿੱਤਰ ਆਤਮਾ ਜਿਹੜਾ ਵਗਦਾ ਆ ਉਹ ਚਰਚ ਦੇ ਨਾਲ ਸਵਰਗ ਨੂੰ ਚਲਿਆ ਗਿਆ। ਲੇਕਿਨ ਹੁਣ ਇਹਦਾ ਮਤਲਬ ਆ ਨਹੀਂ ਵੀ ਧਰਤੀ ਤੇ ਹੁਣ ਪਵਿੱਤਰ ਆਤਮਾ ਹੈ ਨਹੀਂ। ਪਵਿੱਤਰ ਆਤਮਾ ਹੈ ਲੇਕਿਨ ਹਵਾ ਮੰਗੂਆਂ ਹਵਾ ਦੇ ਵਗਣੇ ਮੰਗੂ ਨੀਗਾ। ਆਮੇਨ। ਤਾਂ ਹੀ ਹੁਣ ਹਵਾ ਨਹੀਂ ਵਗ ਰਹੀ ਇਹਨਾਂ ਸਮਿਆਂ ਦੇ ਵਿੱਚ। ਤਾਂ ਹੀ ਲੋਕਾਂ ਦੇ ਦਿਲਾਂ ਨੂੰ ਹਵਾ ਨਹੀਂ ਲੱਗ ਰਹੀ ਤਾਂ ਕਿ ਉਹ ਤੌਬਾ ਕਰ ਸਕਣ। ਇੱਥੇ ਇਹੀ ਕੁਛ ਹੋ ਰਿਹਾ ਹੈ। ਸੋ ਪ੍ਰਭੂ ਦੇ ਭਰਾਓ ਇਹਦੇ ਨਾਲ ਹੀ ਆਪਾਂ ਆਪਣਾ ਚੌਥਾ ਬਿਗਲ ਜਿਹੜਾ ਹੈਗਾ ਆ ਉਹ ਦੇਖਣ ਵਾਸਤੇ ਜਾ ਰਹੇ ਹੈਗੇ ਆ ਪਰਮੇਸ਼ਰ ਦੇ ਵਚਨ ਦੇ ਵਿੱਚੋਂ। ਆਓ ਦੇਖੀਏ ਚੈਪਟਰ 8 ਰੈਵਲੇਸ਼ਨ ਚੈਪਟਰ 8 ਵਰਸ 12 ਐਂਡ ਵਰਸ 13 ਆਪਾਂ ਪੜਾਂਗੇ ਪਰਮੇਸ਼ਰ ਦੇ ਵਚਨ ਵਿੱਚੋਂ। ਇਹ ਆਪਣਾ ਚੌਥਾ ਬਿਗਲ ਹੈਗਾ ਆ ਜਿਹੜਾ ਵੱਜਦਾ ਆ। ਜੀ ਹਾਂ। ਚੌਥੇ ਸਵਰਗਦੂਤ ਨੇ ਬਿਗਲ ਵਜਾਇਆ ਤਾਂ ਸੂਰਜ, ਚੰਨ ਅਤੇ ਤਾਰਿਆਂ ਦਾ ਤੀਜਾ ਹਿੱਸਾ ਨਾਸ਼ ਹੋ ਗਿਆ। ਇਹਨਾਂ ਸਭ ਦਾ ਤੀਜਾ ਹਿੱਸਾ ਹਨੇਰਾ ਹੋ ਗਿਆ। ਇਸ ਲਈ ਦਿਨ ਦਾ ਤੀਜਾ ਹਿੱਸਾ ਅਤੇ ਰਾਤ ਦਾ ਤੀਜਾ ਹਿੱਸਾ ਲੋ ਰਹਿਤ ਹੋ ਗਿਆ। ਤਦ ਮੈਂ ਇੱਕ ਔਕਾਬ ਨੂੰ ਉੱਚਿਆਂ ਆਕਾਸ਼ ਦੇ ਵਿਚਕਾਰ ਉੜਦੇ ਵੇਖਿਆ ਜੋ ਉੱਚੀ ਆਵਾਜ਼ ਨਾਲ ਕਹਿ ਰਿਹਾ ਸੀ, ਹੇ ਧਰਤੀ ਨਿਵਾਸੀਓ, ਤੁਹਾਡੇ ਲਈ ਉਹਨਾਂ ਬਾਕੀ ਬਿਗਲਾਂ ਦੇ ਕਾਰਨ ਆਉਣ ਵਾਲੀਆਂ ਬਿਪਤਾਵਾਂ ਲਈ ਅਫਸੋਸ ਜੋ ਅਜੇ ਬਾਕੀ ਦੇ 3 ਸਵਰਗਦੂਤ ਵਜਾਉਣ ਵਾਲੇ ਹਨ। ਅਫਸੋਸ ਅਫਸੋਸ। ਪ੍ਰਭੂ ਦੇ ਭਰਾਓ ਇਹ ਜਿਹੜਾ ਸੂਰਜ ਦਾ ਕਾਲਾ ਪੈ ਜਾਣਾ ਇਹ ਦਰਅਸਲ ਇਹਨਾਂ 7 ਸਾਲਾਂ ਦੇ ਵਿੱਚ ਇਹ ਤਕਰੀਬਨ 3 ਦਫਾ ਇਹ ਹੋਵੇਗਾ। ਤੁਹਾਨੂੰ ਯਾਦ ਹੋਵੇਗਾ ਜਦੋਂ ਆਪਾਂ ਪੜ੍ਹ ਕੇ ਗਏ ਹੈਗੇ ਆ ਵੀ ਜਦੋਂ ਹੁਣ ਆਪਾਂ ਦੇਖਿਆ ਕਿ ਚੌਥਾ ਬਿਗਲ ਜਿਹੜਾ ਵੱਜਿਆ, ਜਦੋਂ ਚੌਥਾ ਬਿਗਲ ਵੱਜਿਆ ਉਦੋਂ ਸੂਰਜ ਜਿਹੜਾ ਸੀਗਾ ਉਹਦਾ ਤੀਸਰਾ ਹਿੱਸਾ ਸੂਰਜ ਦਾ ਕਾਲਾ ਪੈ ਗਿਆ। ਰਾਈਟ। ਫਿਰ ਆਪਾਂ ਵੀ ਦੇਖਿਆ ਕਿ ਹੋਰ ਕੁਝ ਵੀ ਇਸ ਦੁਨੀਆ ਦੇ ਵਿੱਚ ਤੇ ਹੋਇਆ, ਆਵਾਜ਼ਾਂ ਆਈਆਂ, ਭੁਚਾਲ ਆਏ ਤੇ ਗਰਜਨਾਂ ਆਈਆਂ, ਸੋ ਇਸ ਤਰ੍ਹਾਂ ਦੀਆਂ ਚੀਜ਼ਾਂ। ਲੇਕਿਨ ਇਹ ਜਿਹੜਾ ਸੂਰਜ ਦਾ ਕਾਲਾ ਹੋ ਜਾਣਾ, ਹਨੇਰਾ ਪੈ ਜਾਣਾ ਧਰਤੀ ਤੇ, ਇਹ ਆਪਾਂ ਦੇਖਿਆ ਕਿ ਜਦੋਂ 6ਵੀਂ ਸੀਲ ਖੋਲੀ ਗਈ ਸੀਗੀ ਹੈ ਨਾ, ਜਦੋਂ 6ਵੀਂ ਮੋਹਰ ਖੋਲੀ ਗਈ ਸੀ ਉਦੋਂ ਵੀ ਇਹ ਹੋਇਆ ਸੀ। ਯਾਨੀ ਕਿ 6ਵੀਂ ਮੋਹਰ ਦੇ ਵਿੱਚ ਵੀ ਇਹ ਸੂਰਜ ਕਾਲਾ ਪੈ ਜਾਂਦਾ ਆ। ਇੱਥੇ ਚੌਥੇ ਬਿਗਲ ਦੇ ਵਿੱਚ ਵੀ ਸੂਰਜ ਕਾਲਾ ਪੈ ਜਾਂਦਾ ਹੈ ਤੇ ਗਾਹਾਂ ਅੱਗੇ ਜਾ ਕੇ ਪ੍ਰਭੂ ਦੇ ਭਰਾਓ 5ਵੇਂ ਪਿਆਲੇ ਦੇ ਵਿੱਚ ਵੀ ਦੁਬਾਰਾ ਫਿਰ ਸੂਰਜ ਕਾਲਾ ਪਏਗਾ। ਯਾਨੀ ਕਿ ਇਹ ਇੱਕ ਰੈਪੀਟੀਸ਼ਨ ਹੈ ਜਿਹੜੀ ਪਹਿਲੇ 3.5 ਸਾਲਾਂ ਦੇ ਵਿੱਚ ਹੁੰਦੀ ਆ ਤੇ ਫਿਰ ਇਹ 3.5 ਸਾਲ ਤੋਂ ਬਾਅਦ ਦੁਬਾਰਾ ਫਿਰ ਹੁੰਦੀ ਆ ਤੇ ਉਹ ਤੋਂ ਬਾਅਦ ਫਿਰ ਐਂਡ ਵਿੱਚ ਜਾ ਕੇ ਦੁਬਾਰਾ ਫਿਰ ਹੁੰਦੀ ਆ। ਸੋ ਇਹ 3 ਵਾਰ ਰਿਪੀਟ ਕੀਤਾ ਜਾਵੇਗਾ ਇਹ ਗੱਲ ਜਿਹੜੀ ਹੈਗੀ ਹੈ ਪਰਮੇਸ਼ਰ ਵਚਨ ਵਿੱਚੋਂ। ਲੇਕਿਨ ਕੂਚ ਦੀ ਕਿਤਾਬ ਦੇ ਵਿੱਚ ਦੁਬਾਰਾ ਫਿਰ ਜਾਵਾਂਗੇ 10ਵੇਂ ਚੈਪਟਰ ਦੇ ਵਿੱਚ ਦੇਖਾਂਗੇ ਕਿ ਇਹ ਸੂਰਜ ਦਾ ਕਾਲਾ ਹੋ ਜਾਣਾ ਇਹ ਪਹਿਲਾਂ ਵੀ ਹੋ ਚੁੱਕਿਆ ਆ। ਯਾਨੀ ਕਿ ਮਿਸਰ ਦੇ ਟਾਈਮ ਦੇ ਵਿੱਚ ਜਦੋਂ ਪਰਮੇਸ਼ਰ ਨੇ ਮੂਸਾ ਨੂੰ ਆਖਿਆ ਸੀਗਾ ਬਈ ਜਾ ਫਾਰੋਨ ਨੂੰ ਕਹਿ ਕੇ ਮੇਰੇ ਲੋਕਾਂ ਨੂੰ ਜਾਣ ਦੇ, ਤੇ ਫਾਰੋਨ ਨੇ ਉਹਦੇ ਲੋਕਾਂ ਨੂੰ ਜਾਣ ਵਾਸਤੇ ਇਨਕਾਰ ਕਰਤਾ ਸੀਗਾ। ਉਦੋਂ ਤੁਹਾਨੂੰ ਯਾਦ ਹੋਏਗਾ ਕਿ 10 ਬਿਪਤਾਵਾਂ ਆਈਆਂ ਸੀਗੀਆਂ, 10 ਕਰਸਿਸ ਆਏ ਸੀਗੇ ਜਿਹੜੇ ਡਿੱਗੇ ਸੀਗੇ ਆ ਕੇ ਮਿਸਰ ਦੇ ਉੱਤੇ, ਪਹਿਲਾ, ਦੂਜਾ, ਤੀਜਾ, ਚੌਥਾ, 9ਵਾਂ, 10ਵਾਂ। ਲੇਕਿਨ ਜਿਹੜਾ 9ਵਾਂ ਸੀਗਾ ਤੁਹਾਨੂੰ ਯਾਦ ਹੋਏਗਾ 9ਵਾਂ ਜਿਹੜਾ ਸੀਗਾ ਉਦੋਂ ਵੀ ਕੁਛ ਇੰਝ ਹੀ ਹੋਇਆ ਸੀ ਕਿ ਸੂਰਜ ਦਾ ਜਿਹੜਾ
ਰੰਗ ਸੀਗਾ ਉਹ ਕਾਲਾ ਪੈ ਗਿਆ ਸੀ, ਹਨੇਰਾ ਹਨੇਰਾ ਛਾ ਗਿਆ ਸੀ, ਕੁੱਪ ਹਨੇਰਾ ਛਾ ਗਿਆ ਸੀਗਾ ਸਾਰੇ ਮਿਸਰ ਦੇ ਉੱਤੇ। ਪੜਾਂਗੇ ਵਚਨ 'ਚ ਕਲੀਅਰ ਹੋਏਗਾ ਕੀ ਲਿਖਿਆ ਆ। ਐਕਸੋਡਸ ਚੈਪਟਰ 10 ਵਰਸ 21 ਤੇ 21 to 23 ਦੇਖਾਂਗੇ ਆਪਾਂ। ਜੀ ਹਾਂ। ਤਦ ਪ੍ਰਭੂ ਨੇ ਮੂਸਾ ਨੂੰ ਕਿਹਾ, ਆਪਣਾ ਹੱਥ ਆਕਾਸ਼ ਵੱਲ ਉੱਚਾ ਕਰ ਕਿ ਸਾਰੇ ਮਿਸਰ ਤੇ ਘੁੱਪ ਹਨੇਰਾ ਛਾ ਜਾਵੇ। ਮੂਸਾ ਨੇ ਪ੍ਰਭੂ ਦੇ ਕਹੇ ਅਨੁਸਾਰ ਆਪਣਾ ਹੱਥ ਤਾਂ ਆਕਾਸ਼ ਵੱਲ ਚੁੱਕਿਆ ਅਤੇ ਉਸ ਦੇ ਇਹ ਕਰਦਿਆਂ ਹੀ ਸਾਰੇ ਮਿਸਰ ਤੇ ਘੁੱਪ ਹਨੇਰਾ ਛਾ ਗਿਆ, ਜੋ ਪੂਰੇ 3 ਦਿਨ ਰਿਹਾ। ਇਸ ਹਨੇਰੇ ਦੇ ਕਾਰਨ ਮਿਸਰੀ ਇੱਕ ਦੂਜੇ ਨੂੰ ਦੇਖ ਤੱਕ ਨਾ ਸਕੇ ਅਤੇ ਨਾ ਹੀ ਉਹ ਇਸ ਸਮੇਂ ਵਿੱਚ ਆਪਣੇ ਘਰਾਂ ਤੋਂ ਬਾਹਰ ਵੀ ਨਿਕਲੇ। ਦੂਜੇ ਪਾਸੇ ਇਜ਼ਰਾਈਲੀਆਂ ਦੇ ਇਲਾਕੇ ਵਿੱਚ ਲੋ ਸੀ। ਵਾਓ, ਜ਼ਬਰਦਸਤ ਪ੍ਰਭੂ ਦੇ ਭਰਾਵੋ, ਜ਼ਬਰਦਸਤ। ਪਰਮੇਸ਼ਰ ਦਾ ਵਚਨ ਆਪਾਂ ਨੂੰ ਕਲੀਅਰਲੀ ਦੱਸਦਾ ਹੈਗਾ ਆ ਕਿ ਇਹ ਪਹਿਲਾਂ ਵੀ ਹੋ ਚੁੱਕਿਆ ਸੀਗਾ, ਕਿ ਇਹ ਦੁਬਾਰਾ ਜਦੋਂ ਇਹ ਚੌਥਾ ਬਿਗਲ ਵੱਜੇਗਾ ਉਦੋਂ ਵੀ ਹੋਵੇਗਾ। ਲੇਕਿਨ ਮੈਂ ਰਿਪੀਟ ਕਰ ਰਿਹਾ ਕਿ 6ਵੀਂ ਮੋਹਰ 'ਚ ਵੀ ਹੋਇਆ ਸੀਗਾ ਤੇ ਇਹ 5ਵੇਂ ਪਿਆਲੇ ਵਿੱਚ ਵੀ ਹੋਵੇਗਾ। ਆਮੇਨ। ਇੱਥੇ ਤੱਕ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਪ੍ਰੋਫੈਟਿਕਲੀ ਬੋਲਿਆ ਸੀ ਕਿ ਜਦੋਂ ਪਰਮੇਸ਼ਰ ਦੇ ਪੁੱਤਰ ਦਾ ਆਣਾ ਹੋਵੇਗਾ, ਸੈਕੰਡ ਕਮਿੰਗ ਦੀ ਗੱਲ ਹੋ ਰਹੀ ਹੈ ਇੱਥੇ, ਸੀਕ੍ਰੇਟ ਕਮਿੰਗ ਦੀ ਗੱਲ ਨਹੀਂ ਹੋ ਰਹੀ। ਸੀਕ੍ਰੇਟ ਕਮਿੰਗ ਰੈਪਚਰ ਕਹਿੰਦੇ ਨੇ, ਜਦੋਂ ਪ੍ਰਭੂ ਯਿਸੂ ਨੇ ਸਿਰਫ ਬੱਦਲਾਂ ਤੇ ਆਣਾ, ਬੱਦਲਾਂ ਦੇ ਪਿੱਛੇ ਲੁਕੇ ਹੋਣਗੇ, ਬੱਦਲਾਂ ਤੇ ਆਣਾ ਤੇ ਆਪਾਂ ਸਾਰੇ ਚੁੱਕੇ ਜਾਵਾਂਗੇ ਤੇ ਬੱਦਲਾਂ ਤੋਂ ਸਾਨੂੰ ਲੈ ਕੇ ਸੁਰਗ ਵਿੱਚ ਜਾਣਗੇ। ਲੇਕਿਨ 7 ਸਾਲਾਂ ਤੋਂ ਬਾਅਦ ਦੁਬਾਰਾ ਫਿਰ ਪ੍ਰਭੂ ਯਿਸੂ ਮਸੀਹ ਨੇ ਧਰਤੀ ਤੇ ਆਣਾ ਹੈਗਾ, ਜਿਹਨੂੰ ਸੈਕੰਡ ਕਮਿੰਗ ਕਿਹਾ ਜਾਂਦਾ ਹੈ। ਆਮੇਨ। ਸੋ ਪੜਾਂਗੇ ਲੂਕ ਚੈਪਟਰ 21 ਦੇ ਵਿੱਚ ਦੇਖਾਂਗੇ ਆਪਾਂ, ਤੇ ਪ੍ਰਭੂ ਯਿਸੂ ਨੇ ਪ੍ਰੋਫੈਟਿਕਲੀ ਦੱਸਿਆ ਸੀਗਾ, ਬੋਲਿਆ ਸੀਗਾ ਵੀ ਇਸ ਧਰਤੀ ਤੇ ਕੀ ਕੁਝ ਹੋਵੇਗਾ, ਕਿੰਨੀਆਂ ਮੁਸ਼ਕਲਾਂ ਇਹ ਧਰਤੀ ਦੇ ਵਿੱਚੋਂ ਦੀ ਗੁਜ਼ਰਨਗੀਆਂ ਤੇ ਧਰਤੀ ਗੁਜ਼ਰੇਗੀ ਤੇ ਕਿੰਨੇ ਹਨੇਰੇ ਛਾਣਗੇ ਇਸ ਧਰਤੀ ਤੇ। ਸੋ ਪੜਾਂਗੇ ਪਰਮੇਸ਼ਰ ਵਚਨ ਵਿੱਚੋਂ ਸੰਤ ਲੂਕਾ ਉਹਦਾ 21ਵਾਂ ਚੈਪਟਰ ਤੇ 25ਵੇਂ ਤੋਂ ਲੈ ਕੇ 28ਵੇਂ ਵਰਸ ਤੱਕ ਆਪਾਂ ਦੇਖਾਂਗੇ। ਜੀ ਹਾਂ, ਲੂਕ ਚੈਪਟਰ 21 ਵਰਸ 25 to 28। ਜੀ ਹਾਂ। ਉਸ ਸਮੇਂ ਸੂਰਜ, ਚੰਦ ਅਤੇ ਤਾਰਿਆਂ ਵਿੱਚ ਨਿਸ਼ਾਨ ਦਿਖਾਈ ਦੇਣਗੇ। ਸਮੁੰਦਰ ਦੀਆਂ ਲਹਿਰਾਂ ਦੀ ਗਰਜਨ ਤੋਂ ਸਾਰੇ ਦੇਸ਼ਾਂ ਦੇ ਲੋਕ ਘਬਰਾ ਉੱਠਣਗੇ। ਲੋਕੀ ਦੁਨੀਆ ਉੱਤੇ ਆਉਣ ਵਾਲੇ ਸੰਕਟ ਦੀ ਸ਼ੰਕਾ ਨਾਲ ਆਪਣੇ ਹੋਸ਼ ਗੁਆ ਬੈਠਣਗੇ। ਆਕਾਸ਼ ਦੀਆਂ ਸਾਰੀਆਂ ਸ਼ਕਤੀਆਂ ਹਿਲਾ ਦਿੱਤੀਆਂ ਜਾਣਗੀਆਂ। ਉਸ ਸਮੇਂ ਲੋਕੀ ਮਨੁੱਖ ਦੇ ਪੁੱਤਰ ਨੂੰ ਵੱਡੀ ਸ਼ਕਤੀ ਅਤੇ ਮਹਿਮਾ ਦੇ ਨਾਲ ਬੱਦਲਾਂ ਉੱਤੇ ਆਉਂਦਾ ਵੇਖਣਗੇ। ਜਦੋਂ ਇਹ ਘਟਨਾਵਾਂ ਹੋਣੀਆਂ ਸ਼ੁਰੂ ਹੋਣ ਤਾਂ ਤੁਸੀਂ ਢੇਰੀ ਨਾ ਢਾਹ ਬਹਿਣਾ, ਸਗੋਂ ਆਪਣੇ ਸਿਰ ਉੱਚੇ ਕਰਨਾ, ਕਿਉਂਕਿ ਤੁਹਾਡੀ ਮੁਕਤੀ ਨੇੜੇ ਹੈ। ਵਾਓ, ਆਮੇਨ। ਪ੍ਰਭੂ ਦੇ ਭੈਣੋ, ਇੱਥੇ ਪ੍ਰਭੂ ਯਿਸੂ ਮਸੀਹ ਯਹੂਦੀਆਂ ਨੂੰ ਬੋਲ ਰਹੇ ਨੇ, ਇਜ਼ਰਾਈਲੀਆਂ ਨੂੰ ਬੋਲ ਰਹੇ ਹੈਗੇ ਨੇ। ਆਮੇਨ। ਪਰਮੇਸ਼ਰ ਦਾ ਵਚਨ ਦੱਸ ਰਹੇ ਨੇ। ਯਾਦ ਰੱਖੋ, ਚਰਚ ਇੱਥੇ ਨਹੀਂ ਹੋਵੇਗਾ, ਚਰਚ ਚੁੱਕਿਆ ਜਾਵੇਗਾ। ਲੇਕਿਨ ਪ੍ਰਭੂ ਯਿਸੂ ਮਸੀਹ ਸੈਕੰਡ ਕਮਿੰਗ ਤੇ ਧਰਤੀ ਤੇ ਆਣਗੇ ਤੇ ਚਰਚ ਵੀ ਖੁਦ ਪ੍ਰਭੂ ਯਿਸੂ ਦੇ ਨਾਲ ਧਰਤੀ ਤੇ ਆਵੇਗਾ। ਆਮੇਨ। ਸੋ ਪ੍ਰਭੂ ਦੇ ਭੈਣੋ, ਅੱਜ ਆਪਾਂ ਦੇਖਿਆ ਕਿ ਪਹਿਲੇ ਵਿਗਲ ਦੇ ਵਿੱਚ ਸਵਰਗ ਦੇ ਵਿੱਚੋਂ ਅੱਗ ਡਿੱਗਦੀ ਹੈਗੀ ਆ, ਗੜੇ ਡਿੱਗ ਰਹੇ ਹੈਗੇ ਨੇ, ਜਿਹਦੇ ਨਾਲ ਤੀਸਰਾ ਹਿੱਸਾ ਕਹਿ ਲਓ ਤੁਸੀਂ ਜਲ ਕੇ ਦਰਖਤਾਂ ਦਾ ਨਾਸ਼ ਹੋ ਗਿਆ। ਉਹ ਤੋਂ ਬਾਅਦ ਆਪਾਂ ਦੇਖਿਆ ਕਿ ਦੂਸਰਾ ਬਿਗਲ ਵੱਜਦਾ ਆ, ਤੇ ਜਦੋਂ ਦੂਸਰਾ ਬਿਗਲ ਵੱਜਦਾ ਆ ਪ੍ਰਭੂ ਦੇ ਭੈਣੋ, ਉਹਦੇ ਵਿੱਚ ਆਪਾਂ ਦੇਖਿਆ ਕਿ ਇੱਕ ਬਹੁਤ ਵੱਡਾ ਪਹਾੜ ਵਾਂਗੂ ਕੋਈ ਚੀਜ਼ ਪਾਣੀ ਦੇ ਵਿੱਚ ਡਿੱਗਦੀ ਹੈਗੀ ਆ, ਸਮੁੰਦਰਾਂ ਦੇ ਵਿੱਚ, ਜਿਹਦੇ ਨਾਲ ਪ੍ਰਭੂ ਦੇ ਭੈਣੋ ਤੀਸਰਾ ਹਿੱਸਾ ਸਮੁੰਦਰਾਂ ਦੇ ਜੰਤੂਆਂ ਦਾ ਮਰ ਜਾਂਦਾ ਹੈਗਾ ਆ ਤੇ ਪਾਣੀ ਦੇ ਰੰਗ ਜਿਹੜਾ ਆ ਲਾਲ ਲਹੂ ਵਾਂਗੂ ਹੋ ਜਾਂਦਾ ਆ। ਉਹ ਤੋਂ ਬਾਅਦ ਆਪਾਂ ਦੇਖਿਆ ਕਿ ਤੀਸਰਾ ਜਦੋਂ ਬਿਗਲ ਵੱਜਦਾ ਹੈ ਪ੍ਰਭੂ ਦੇ ਭੈਣੋ, ਉਦੋਂ ਇੱਕ ਤਾਰਾ ਟੁੱਟ ਕੇ ਸਵਰਗ ਤੋਂ ਡਿੱਗਦਾ ਆ ਤੇ ਉਹ ਪਾਣੀਆਂ ਤੇ ਡਿੱਗਦਾ ਆ। ਉਹ ਜ਼ਹਿਰੀਲਾ ਤਾਰਾ ਹੁੰਦਾ ਆ ਤੇ ਉਹਦੇ ਨਾਲ ਜਿਹੜੇ ਪਾਣੀ ਹੈਗੇ ਨੇ ਉਹ ਕੰਟੈਮੀਨੇਟ ਹੋ ਜਾਂਦੇ ਨੇ ਤੇ ਜਿਹੜੇ ਲੋਕ ਵੀ ਉਹ ਪਾਣੀਆਂ ਨੂੰ ਪੀਂਦੇ ਨੇ ਉਹ ਲੋਕ ਮਰਦੇ ਹੈਗੇ ਨੇ। ਸੋ ਯਾਨੀ ਕਿ ਪੀਣ ਵਾਲੇ ਪਾਣੀਆਂ ਦਾ ਤੀਸਰਾ ਹਿੱਸਾ ਜਿਹੜਾ ਡਿਸਟਰੋਏ ਕਰ ਦਿੱਤਾ ਜਾਂਦਾ ਹੈ। ਉਹ ਤੋਂ ਬਾਅਦ ਆਪਾਂ ਦੇਖਿਆ ਪ੍ਰਭੂ ਚੌਥੇ ਬਿਗਲ ਦੇ ਵਿੱਚ ਕਿ ਤਾਰੇ ਜਿਹੜੇ ਨੇ ਉਹ ਤੀਸਰਾ ਹਿੱਸਾ ਤਾਰਿਆਂ ਦਾ ਕਾਲਾ ਪੈ ਜਾਂਦਾ ਆ। ਚੰਦ ਤੀਸਰਾ ਹਿੱਸਾ ਚੰਦ ਦਾ ਬੁੱਝ ਜਾਂਦਾ ਆ। ਤੀਸਰਾ ਹਿੱਸਾ ਸੂਰਜ ਦਾ ਹਨੇਰਾ ਹੋ ਜਾਂਦਾ ਆ। ਸੋ ਹਨੇਰਾ ਕੁੱਪ ਛਾ ਜਾਂਦਾ ਹੈ ਧਰਤੀ ਦੇ ਉੱਤੇ, ਤੀਸਰਾ ਹਿੱਸਾ। ਸੋ ਇਹ ਤਾਂ ਸੀਗੇ ਪ੍ਰਭੂ ਦੇ ਭੈਣੋ ਆਪਣੇ 4 ਬਿਗਲ। ਆਮੇਨ। ਲੇਕਿਨ ਹੁਣ ਆਪਾਂ ਅਗਲੀ ਸਟੱਡੀ ਦੇ ਵਿੱਚ ਆਪਾਂ ਦੇਖਾਂਗੇ ਕਿ ਆਉਣ ਵਾਲੇ 2 ਬਿਗਲ ਕਿਹੜੇ ਨੇ ਤੇ ਉਹ ਆਉਣ ਵਾਲੇ 2 ਬਿਗਲ ਬਹੁਤ ਹੀ ਜ਼ਬਰਦਸਤ ਨੇ। ਲੇਕਿਨ ਤਦ ਤੱਕ ਇਹ ਜ਼ਰੂਰੀ ਆ ਕਿ ਆਪਾਂ ਪਰਮੇਸ਼ਰ ਦੇ ਨੇੜੇ ਆਈਏ, ਆਪਣੇ ਪਰਿਵਾਰਾਂ ਦੇ ਲਈ ਦੁਆ ਕਰੀਏ, ਇਸ ਦੁਨੀਆ ਦੇ ਲਈ ਦੁਆ ਕਰੀਏ ਕਿ ਹਜੇ ਵੀ ਮੌਕਾ ਹੈ ਮੁਕਤੀ ਪ੍ਰਾਪਤ ਕਰਨ ਦਾ, ਹਜੇ ਵੀ ਮੌਕਾ ਹੈ ਸਭ ਕੁਝ ਛੱਡ ਕੇ ਪ੍ਰਭੂ ਯਿਸੂ ਮਸੀਹ ਜੀ ਦੇ ਪਿੱਛੇ ਪਿੱਛੇ ਆਉਣ ਦਾ। ਪ੍ਰਭੂ ਦੇ ਭੈਣੋ, ਆਓ ਬੇਨਤੀ ਕਰੀਏ ਪਰਮੇਸ਼ਰ ਦੇ ਅੱਗੇ। ਪਰਮੇਸ਼ਰ ਪਿਤਾ ਯਿਸੂ ਮਸੀਹ ਨਾਸਰੀ ਨਾਮ ਦੇ ਵਿੱਚ ਪ੍ਰਭੂ ਜੀ, ਅੱਜ ਮੈਂ ਸਾਰੇ ਭੈਣ ਭਰਾਵਾਂ ਨੂੰ ਤੁਹਾਡੇ ਚਰਨਾਂ 'ਚ ਲੈ ਕੇ ਆਉਣਾ ਹੈਗਾ ਆ ਤੇ ਅੱਜ ਅਸੀਂ ਸਾਰੇ ਮਿਲ ਕੇ ਪਰਮੇਸ਼ਰ ਪਿਤਾ ਤੋਬਾ ਕਰਦੇ ਹੈਗੇ ਆ, ਬੇਨਤੀ ਕਰਦੇ ਹਾਂ ਪਰਮੇਸ਼ਰ ਪਿਤਾ ਕਿ ਸਾਡੇ ਰਿਸ਼ਤੇਦਾਰਾਂ ਤੇ, ਸਾਡੇ ਦੋਸਤਾਂ ਮਿੱਤਰਾਂ ਤੇ ਵੀ ਤਰਸ ਕਰੋ ਤੇ ਦੁਨੀਆ ਤੇ ਤਰਸ ਕਰੋ, ਇਹਨਾਂ ਦੇਸ਼ਾਂ ਤੇ ਤਰਸ ਕਰੋ, ਕਿਰਪਾ ਕਰੋ
ਪ੍ਰਭੂ ਜੀ ਹਰ ਇੱਕ ਦੀ ਬੁੱਧੀ ਨੂੰ ਖੋਲ ਦੇਵੋ ਤਾਂ ਕਿ ਹਰ ਇੱਕ ਇਨਸਾਨ ਆਪਣਾ ਦਿਲ ਖੋਲ ਕੇ ਸੱਚੇ ਪਰਮਾਤਮਾ ਪ੍ਰਭੂ ਯਿਸੂ ਮਸੀਹ ਜੀ ਨੂੰ ਆਪਣਾ ਮੁਕਤੀ ਦਾਤਾ ਸਵੀਕਾਰ ਕਰ ਲਵੇ ਤਾਂ ਕਿ ਪ੍ਰਭੂ ਜੀ ਪਾਪ ਧੋਤੇ ਜਾਣ ਤੇ ਜਦੋਂ ਪ੍ਰਭੂ ਜੀ ਰੈਪਚਰ ਹੋਵੇ ਉਦੋਂ ਅਸੀਂ ਸਾਰੇ ਚੁੱਕ ਜਾਈਏ ਤੇ ਪ੍ਰਭੂ ਜੀ ਇਸ ਬਹੁਤ ਵੱਡੀ ਵਿਪਤਾ ਤੋਂ ਬਚ ਜਾਈਏ। ਪਰਮੇਸ਼ਰ ਪਿਤਾ ਅਸੀਂ ਬੇਨਤੀ ਕਰਦੇ ਹਾਂ ਕਿ ਤੱਕ ਕਿ ਸਾਡੇ ਦਿਲਾਂ ਨੂੰ ਤੁਸੀਂ ਆਪਣੇ ਪਵਿੱਤਰ ਆਤਮਾ ਦੇ ਨਾਲ ਸਵਾਰਦੇ ਰਹੋ। ਪ੍ਰਭੂ ਜੀ ਮੈਂ ਤੁਹਾਡੀ ਬਰਕਤ ਚਾਹੁੰਦਾ ਹਾਂ ਅੱਜ ਦੀ ਇਸ ਸੁਨੇਹੇ ਦੇ ਉੱਤੇ ਯਿਸੂ ਮਸੀਹ ਜੀ ਦੇ ਮਿੱਠੇ ਤੇ ਪਿਆਰੇ ਨਾਮ ਦੇ ਵਿੱਚ ਮੰਗਦਾ ਹਾਂ, ਆਮੀਨ, ਆਮੀਨ, ਆਮੀਨ। God bless you.